गुरु अर्जन बिघनन के, बिघनन के हर गोबिंद शुभ श्री हर राय नमो कर, नमो कर। श्री हर कृष्ण मनाओ, तेग बहादुर परम कृपाला जी, परम कृपाला। श्री गुरु गोबिंद सिंह बेसाला, तरतरा पर पुन पुन सीसा जी, पुन पुन सीसा। बंदों बार बार जगदीसा, कंकर सतगुरु ते प्रसाद सच होए। वाहेगुरु जी की फतेह है, विघ्न विनाशन सोए। जिसमें है अमृत ज्ञान है, मानक भगत वैराग। गुरु ग्रंथ साहिब उदद, बंदों करे अनुराग। गुरु ग्रंथ साहिब उदद, बंदों करे अनुराग। सतनाम श्री वाहिगुरु साहिब जीओ। दोहरा अर्ज कहो अगरज प्रभु, सुनिए दे कर कान। हक कबीर करीम तो देहो नाम को दान। वाहेगुरु जी का खालसा, वाहेगुरु जी की फतेह। जोगो जोग अटल सतगुरु श्री गुरु ग्रंथ साहिब जी महाराज जी की पवित्र हजूरी च धन गुरु ग्रंथ साहिब महाराज जी का गुरता गद्दी दिवस मना रहे गुरु की साजी और नवाजी हुई गुरु का खास रूप गुरु खालसा साध संगत जीओ। अजो महान भागा भरिया दिन है, जिस दिन बाजा वाले गुरु कलगीधर प्रीतम जी ने तख्त सचखंड श्री हजूर साहब जी की पवित्र पावन धरती ते इको एक ऐसे महान ग्रंथ जिन्हां दी समसरता दुनिया का कोई भी धर्म ग्रंथ नहीं कर सकता, और इको एक ऐसा धर्म जिन्हां दे गुरु शब्द गुरु हैं। मां कवि कवि राज भाई संतोख सिंह जी लिखते हैं, वो कहते गुनी भनी बानी ताकि गुरु गुरबानी है। बड़े बड़े गुणी जना वालों बहुत कुछ कहा गया, बहुत कुछ लिखा गया, बड़े बड़े डूंगे ग्रंथ ने, बड़ी बड़ी डूंगी उन्होंने दी फिलासफी है। जितने गुणी जना वालों जितनियां भी बाणियां कईयां गईयां हन, लिखियां गईयां हन,
ਮਹਾਕਵੀ ਜੀ ਕਹਿੰਦੇ ਉਹਨਾਂ ਸਾਰੀਆਂ ਬਾਣੀਆਂ ਦੀ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ। ਜਦੋਂ ਤੀਸਰੇ ਪਾਤਸ਼ਾਹ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ ਤੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ। ਆਨੰਦ ਬਾਣੀ ਵਿੱਚ ਮੇਰੇ ਸਾਹਿਬ ਫਰਮਾਉਂਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਦੁਨੀਆਂ ਦੀਆਂ ਜਿਤਨੀਆਂ ਬਾਣੀਆਂ ਨੇ ਉਹਨਾਂ ਸਮਸਤ ਬਾਣੀਆਂ ਚੋਂ ਸਿਰ ਬਾਣੀ, ਸਿਰ ਦਾ ਮਤਲਬ ਹੁੰਦਾ ਸ਼੍ਰੋਮਣੀ, ਸ਼੍ਰੋਮਣੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਹੈ। ਪੁੱਛੇ ਕੋਈ ਕੀ ਵਿਸ਼ੇਸ਼ਤਾ ਹੈ ਕਿ ਦੁਨੀਆ ਦੇ ਸਾਰੇ ਧਰਮ ਗ੍ਰੰਥਾਂ ਤੋਂ ਸ੍ਰੇਸ਼ਟ ਗ੍ਰੰਥ ਹੈ? ਇਹਦਾ ਸਭ ਤੋਂ ਮੂਲਤଃ ਕਾਰਨ ਇਹ ਹੈ ਕਿ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਕੋਈ ਪੜ੍ਹੇ, ਕੋਈ ਗਾਵੇ, ਕੋਈ ਵੀ ਵਿਚਾਰੇ, ਕਿਸੇ ਤੇ ਕੋਈ ਕਿਸੇ ਪ੍ਰਕਾਰ ਦੀ ਪਾਬੰਦੀ ਨਹੀਂ ਹੈ। ਦੁਨੀਆ ਦੇ ਹਰ ਇੱਕ ਧਰਮ ਬਾਬਤ, ਹਰ ਇੱਕ ਪ੍ਰਾਣੀ ਮਾਤਰ ਬਾਬਤ, ਵਰਣਾ ਬਾਬਤ ਸਤਿਗੁਰਾਂ ਦੀ ਬਾਣੀ ਸਾਂਝੀ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਮੇਰੇ ਸਾਹਿਬ ਦਾ ਕਲਾਵਾ ਇਤਨਾ ਵੱਡਾ, ਸਤਿਗੁਰਾਂ ਨੇ ਮੁਸਲਮਾਨਾਂ ਨੂੰ ਵੀ ਆਪਣੇ ਕਲਾਵੇ 'ਚ ਲੈ ਲਿਆ, ਹਿੰਦੂਆਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ, ਦੁਨੀਆ ਦੇ ਹਰ ਇੱਕ ਪ੍ਰਾਣੀ ਨੂੰ ਆਪਣੇ ਕਲਾਵੇ 'ਚ ਲੈ ਕੇ ਸਾਂਝਾ ਉਪਦੇਸ਼ ਦਿੱਤਾ। ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਅੱਜ ਦੇ ਦਿਨ ਅਬਚਲ ਨਗਰ ਨਾਂਦੇੜ ਸ੍ਰੀ ਸੱਚਖੰਡ ਸ੍ਰੀ ਹਜੂਰ ਸਾਹਿਬ ਤਖਤ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸਾਹਿਬ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ 5 ਪੈਸੇ ਸ਼੍ਰੀ ਫਲ ਭੇਟ ਕਰਕੇ ਪ੍ਰਣਾਮ ਕਰਦਿਆਂ, ਨਮਸਕਾਰ ਕਰਦਿਆਂ ਹੁਕਮ ਫਰਮਾਇਆ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਕਿ ਜਿਸ ਵਕਤ ਕਲਗੀਧਰ ਸੁਆਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਥੱਲੇ ਆ ਰਹੇ ਸਨ, ਗੁਰਸਿੱਖਾਂ ਨੇ ਚਾਹਿਆ ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰਕੇ ਮੱਥਾ ਟੇਕੀਏ। ਚਰਨ ਦਿਸ ਰਹੇ ਨੇ, ਨਜ਼ਰ ਆ ਰਹੇ ਨੇ। ਜਦੋਂ ਹੱਥਾਂ ਨਾਲ ਸਪਰਸ਼ ਕਰਨਾ ਚਾਹੁੰਦੇ ਆ ਤੇ ਹੱਥ ਜ਼ਮੀਨ ਤੇ ਜਾ ਕੇ ਵੱਜਦੇ ਆ, ਚਰਨ ਹੱਥਾਂ ਵਿੱਚ ਨਹੀਂ ਆਉਂਦੇ। ਮੱਥਾ ਟੇਕਦੇ ਨੇ ਚਰਨਾਂ ਤੇ, ਪਰ ਚਰਨ ਤਾਂ ਜਿਵੇਂ ਨਿਰਾਕਾਰ ਰੂਪ ਹੋ ਗਏ ਨੇ, ਨਜ਼ਰ ਆ ਰਹੇ ਨੇ, ਪਰ ਮੱਥਾ ਟੇਕਦੇ ਨੇ ਤੇ ਮੱਥਾ ਚਰਨਾਂ ਦੀ ਬਜਾਏ ਸਿੱਧਾ ਪੁੰਜਿਆਂ ਜ਼ਮੀਨ ਤੇ ਵੱਜਦਾ ਹੈ। ਕੀ ਹੋ ਗਿਆ ਹੈ ਐਸਾ? ਕਹਿੰਦੇ ਕਿਉਂਕਿ ਸ੍ਰੀ ਗੁਰੂ ਕਲਗੀਧਰ ਜੀ ਸ਼ਬਦ ਰੂਪ ਹੋ ਗਏ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕਮਿਕ ਹੋ ਗਏ ਨੇ, ਸ਼ਬਦ ਨੂੰ ਪਕੜ ਨਹੀਂ ਸਕਦੇ ਨਾ ਸਥੂਲ ਹੱਥਾਂ ਨਾਲ, ਗੁਰੂ ਗ੍ਰੰਥ ਸਾਹਿਬ ਦਾ ਰੂਪ ਹੋ ਗਏ। ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਹੀ ਸਾਹਿਬ ਨੇ ਫਰਮਾਇਆ, ਪਾਤਸ਼ਾਹ ਕਹਿਣ ਲੱਗੇ, ਗੁਰ ਆਪਨ ਪੋ ਖਾਲਸਾ ਸੌਂਪਾ, ਦੁਤੀ ਰੂਪ ਸਤਿਗੁਰ ਸ੍ਰੀ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ। ਇਨਕੋ ਦਰਸ ਸਤਿਗੁਰ ਕੋ ਦਰਸ਼ਨ, ਊਠਤ ਬੈਠਤ ਸੈਨ ਕਰਨ ਥਾ। ਇਹ ਦਵਾਦਸ ਰੂਪ ਕਹੇ ਆ ਕਲਗੀਧਰ, ਕਹਿੰਦੇ 12 ਰੂਪ ਹੋ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਗੁਰੂ ਖਾਲਸਾ ਪੰਥ। ਦਵਾਦਸ ਰੂਪ ਪਾਰ ਬ੍ਰਹਮ ਤਣਿਛੈ, ਪਰਮੇਸ਼ਰ ਦੇ 12 ਸਰੂਪ ਨੇ ਧਰਤੀ ਤੇ। ਕਿਉਂਕਿ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਪੰਥ ਵਿੱਚ ਦੋਨਾਂ 'ਚ ਵਰਤਦੇ ਆ ਕਲਗੀਧਰ। ਜਿਵੇਂ ਰੂਹ ਤੇ ਜਿਸਮ ਦਾ ਸੰਬੰਧ ਹੁੰਦਾ ਹੈ, ਏਦਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੰਬੰਧ ਹੈ। ਧੰਨ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਤੇ ਮਹਾਰਾਜ ਜੀ ਕਹਿੰਦੇ ਸਮਝ ਲਓ ਮੇਰੇ ਨਾਲ ਗੱਲਾਂ ਕਰ ਰਹੇ ਹੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣੋ ਤੇ ਜਾਣਿਓ ਕਿ ਤੁਸੀਂ ਮੇਰੇ ਬਚਨ ਸੁਣ ਰਹੇ ਹੋ। ਇਹ ਕਲਗੀਧਰ ਦਾ ਬਚਨ ਹੈ। ਐਸੇ ਮਹਾਨ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਮਸਤ ਅੰਮ੍ਰਿਤਾਂ ਨਾਲ ਭਰੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਸਾਡੇ ਹਿਰਦਿਆਂ 'ਚ ਵਸੇ। ਗੁਰਤਾ ਗੱਦੀ ਦਿਵਸ ਦੀਆਂ ਜੋਗੋ ਜੋਗਾ ਟਲ ਸਤਿਗੁਰਾਂ ਦੀਆਂ। ਪਾਤਸ਼ਾਹ ਆਖਿਆ ਸਿੱਖੋ ਐਸੇ ਗੁਰੂ ਦੇ ਲੜ ਲਾ ਕੇ ਚੱਲਿਆ ਜਿਹੜਾ ਜੁਗੋ ਜੁਗ ਟਲ ਹੋਵੇਗਾ। ਔਰ ਵਿਅਕਤੀਗਤ ਗੁਰੂ ਪਰੰਪਰਾ ਨੂੰ ਸਤਿਗੁਰਾਂ ਨੇ ਸਮਾਪਤ ਕੀਤਾ। ਗੁਰਤਾ ਗੱਦੀ ਦਿਵਸ ਦੀਆਂ ਸਮੁੱਚੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਸਤਿ ਸ੍ਰੀ ਅਕਾਲ। ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ। ਗੁਰਬਾਣੀ ਸੂਖਮ ਹੈ। ਸੂਖਮ ਬਾਣੀ ਜਦੋਂ ਸੂਖਮ ਸੁਰਤ ਵਿੱਚ ਆ ਕੇ ਵਸੇਗੀ ਤਾਂ ਉਹ ਸੁਰਤ ਉਲਟ ਕੇ ਆਪਣੇ ਨਿਜ ਆਤਮ ਸਰੂਪ ਵਿੱਚ ਜਾ ਟਿਕੇਗੀ। ਗੁਰਬਾਣੀ ਸਾਡੇ ਜੀਵਨ ਦਾ ਆਧਾਰ ਬਣੇ। ਗੁਰਬਾਣੀ ਗੁਰਸਿੱਖ ਲਈ ਜੀਵਨ ਜਾਚ ਹੈ। ਗੁਰਬਾਣੀ ਹੀ ਸਾਡੇ ਜੀਵਨ ਦੀ ਜਾਚ ਬਣੇ। ਇਹ ਗੁਰੂ ਚਰਨਾਂ 'ਚ ਰਜੋਈ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮੁੱਲਾਂ ਪ੍ਰਤੀ ਉਪਦੇਸ਼ ਦੇ ਰਹੇ ਨੇ। ਮੁੱਲਾ ਕਹਿੰਦਾ ਨਾਨਕ ਤੈਨੂੰ ਖੁਦਾਏ ਦਾ ਵਾਸਤਾ ਜੇ ਬੋਲ। ਤਾਂ ਮੇਰੇ ਸਾਹਿਬ ਨੇ ਰਾਗ ਤਿਲੰਗ ਵਿੱਚ ਫਾਰਸੀ ਦਾ ਪਾਵਨ ਸ਼ਬਦ ਉਚਾਰਨ ਕੀਤਾ, ਜਿਹਦੀਆਂ ਪਹਿਲੀਆਂ ਦੋ ਪੰਕਤੀਆਂ ਕੱਲ ਆਪ ਜੀ ਨੇ ਸਰਵਣ ਕੀਤੀਆਂ। ਯਕ ਅਰਜ਼ ਗੁਪਥਮ ਪੇਸ ਤੋ ਦਰ ਗੋਸ਼ ਕੁਨ ਕਰਤਾਰ। ਯਕ ਅਰਜ਼ ਗੁਪਤਮ ਪੇਸ ਤੋ ਦਰ ਗੋਸ਼ ਕੁਨ ਕਰਤਾਰ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਰਜ਼ ਕਉ ਅਗਰਜ ਪ੍ਰਭੂ ਸੁਨੀਏ ਦੇ ਕਰ ਕਾਨ। ਹੇ ਪ੍ਰਭੂ ਮੈਂ ਤੁਹਾਡੇ ਚਰਨਾਂ ਵਿੱਚ ਅਰਜ਼ ਕਰਦਾ ਹਾਂ। ਪੰਕਤੀ ਦੀ ਵਿਆਖਿਆ ਚੱਲ ਰਹੀ। ਯਕ ਅਰਜ਼, ਯਕ ਦਾ ਮਤਲਬ ਹੁੰਦਾ ਇੱਕ। ਮੈਂ ਇੱਕ ਅਰਜ਼ ਤੁਹਾਡੇ ਚਰਨਾਂ 'ਚ ਕਰਦਾ ਹਾਂ, ਤੁਸੀਂ ਕੰਨ ਦੇ ਕੇ ਸੁਣੋ। ਦਰ ਗੋਸ਼ ਕੁਨ ਕਰਤਾਰ, ਆਪਣੇ ਕੰਨ ਕਰਕੇ ਮੇਰੇ ਵੱਲ ਮਹਾਰਾਜ ਜੀ ਗਹੁ ਨਾਲ ਧਿਆਨ ਨਾਲ ਮੇਰੀ ਬੇਨਤੀ ਸੁਣੀਏ। ਹਕ ਕਬੀਰ ਕਰੀਮ ਤੋਂ ਦੇਓ ਨਾਮ ਕੋ ਦਾਨ। ਹੱਕ ਦਾ ਅਰਥ ਹੈ ਸੱਚ, ਤੂੰ ਸੱਚਾ ਹੈ। ਕਬੀਰ ਦਾ ਅਰਥ ਹੈ ਵੱਡਾ, ਤੂੰ ਵੱਡਾ ਹੈ। ਕਰੀਮ ਦਾ ਮਤਲਬ ਹੈ ਕਰੀਮ, ਬਖਸ਼ਿਸ਼ ਕਰਨ ਵਾਲਾ, ਕਿਰਪਾ ਕਰਨ ਵਾਲਾ, ਰਹਿਮਤ ਕਰਨ ਵਾਲਾ। हे ਪ੍ਰਭੂ ਤੂੰ ਕਰੀਮ ਹੈ, ਕਿਰਪਾ ਕਰੋ, ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ੋ। ਮਹਾਰਾਜ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਇੱਕੋ ਬੇਨਤੀ ਹੈ, ਕੰਨ ਦੇ ਕੇ ਸੁਣੋ। हे ਸੱਚ ਸਰੂਪ ਵੱਡੇ ਸਾਹਿਬ ਜੀ, ਕਿਰਪਾ ਕਰਕੇ ਆਪਣੇ ਅੰਮ੍ਰਿਤ ਨਾਮ ਦਾ ਦਾਨ ਉਹ ਮੈਨੂੰ ਬਖਸ਼ੋ। ਚੋਪਈ ਕਰੇ ਬੰਦਗੀ ਤਨ ਮਨ ਦੀਨਾ। ਔਰ ਮੈਂ ਦੀਨ ਹੋ ਕੇ ਤਨ ਤੇ ਮਨ ਕਰਕੇ ਤੁਹਾਡੀ ਬੰਦਗੀ ਕਰਾਂ। ਨਾਮ ਸੁਜਾਚੇ ਹੋਏ ਅਧੀਨਾ। ਤੁਹਾਡੇ ਚਰਨਾਂ 'ਚ, ਤੁਹਾਡੇ ਚਰਨਾਂ ਦੇ ਅਧੀਨ ਹੋ ਕੇ, हे ਨਿਰੰਕਾਰ ਖੁਦਾਵੰਦ ਕਰੀਮ ਜੀਓ,
ਮੈਂ ਤੁਹਾਡੇ ਕੋਲੋਂ ਨਾਮ ਦਾ ਦਾਨ ਮੰਗਦਾ ਹਾਂ। ਦੀਨ ਬੰਧੂ ਤਵ ਕਰੁਣਾ ਤਾਰੇ। ਇਹ ਮੁੱਲਾ ਜੀ ਜੇ ਏਦਾਂ ਬੇਨਤੀ ਕਰੋਗੇ ਅਕਾਲ ਪੁਰਖ ਦੇ ਚਰਨਾਂ 'ਚ ਤਾਂ ਉਹ ਫਿਰ ਦੀਨਾ ਬੰਧੂ ਵਾਹਿਗੁਰੂ ਤੁਹਾਡੇ ਤੇ ਆਪਣੀ ਕਰੁਣਾ ਕਰੇਗਾ, ਕਿਰਪਾ ਕਰੇਗਾ। ਦੀ ਕਰ ਨਾਮ ਦਾਸ ਨਿਸਤਾਰੈ। ਆਪਣਾ ਅੰਮ੍ਰਿਤ ਨਾਮ ਦੇ ਕੇ ਵਾਹਿਗੁਰੂ ਜੀ ਆਪਣਿਆਂ ਦਾਸਾਂ ਨੂੰ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉਤਾਰਦੇ ਹਨ। ਸੁਨ ਸ਼੍ਰੀ ਗੁਰ ਕੇ ਬੈਨ ਮੁਲਾਨਾ। ਮੁੱਲਾ ਜੀ ਨੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਹ ਪਾਵਨ ਪਵਿੱਤਰ ਅੰਮ੍ਰਿਤ ਬੋਲ, ਅੰਮ੍ਰਿਤ ਬਚਨ ਸੁਣੇ ਹਨ। ਜਿਨ ਤੇ ਮਿਟਤ ਬਿਕਟ ਅਗਿਆਨਾ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਐਸੇ ਬਚਨ ਨੇ ਜਿਨ੍ਹਾਂ ਬਚਨਾਂ ਨੂੰ ਸੁਣ ਕੇ ਜਿਹੜਾ ਬੜਾ ਬਿਕਟ ਅਗਿਆਨ ਹੈ, ਬਿਕਟ ਕਹਿੰਦੇ ਆ ਬੜਾ ਔਖਾ ਜਿਹਾ ਅਗਿਆਨ, ਸੰਘਣਾ ਅਗਿਆਨ ਦਾ ਹਨੇਰਾ ਜਿਸ ਨੂੰ ਕੱਟਣਾ ਔਖਾ ਹੋਵੇ ਉਹਨੂੰ ਬਿਕਟ ਅਗਿਆਨ ਕਹਿੰਦੇ ਆ। ਸਤਿਗੁਰੂ ਜੀ ਦੇ ਬਚਨ ਸੁਣ ਕੇ ਉਹ ਬਿਕਟ ਤੋਂ ਬਿਕਟ, ਭਿਆਨਕ ਤੋਂ ਭਿਆਨਕ ਅਗਿਆਨ ਦੀ ਨਿਵਰਤੀ ਹੁੰਦੀ ਹੈ। ਕਾਲੂ ਹੇਤ ਕੈਨ ਪੁਨ ਲਾਗਿਓ। ਮੁੱਲਾ ਜੀ ਨੇ ਜਦੋਂ ਸੁਣਿਆ ਤੇ ਸੁਣ ਕੇ ਹੈਰਾਨ ਹੋਏ ਕਿ ਛੋਟੀ ਉਮਰ ਵਿੱਚ ਫਾਰਸੀ ਦੇ ਐਸੇ ਅੰਮ੍ਰਿਤ ਬਚਨ ਉਚਾਰ ਰਹੇ ਨੇ ਨਾਨਕ ਜੀ। ਤਾਂ ਉਸ ਵਕਤ ਮੁੱਲਾ ਜੀ ਨੇ ਪਿਤਾ ਜੀ ਵੱਲ ਵੇਖ ਕੇ ਵੀ ਕਲਿਆਣ ਦਾਸ ਜੀ ਦਾ ਫੁਰਨਾ ਮੈਂ ਗੱਲ ਕਰਾਂ, ਉਹਨਾਂ ਦਾ ਹਿੱਤ ਤੇ ਰੁਖ ਵੇਖ ਕੇ ਮੁੱਲਾ ਜੀ ਫੇਰ ਬੋਲੇ, ਧੰਨ ਤੁਮਾਰੋ ਮਨ ਅਨੁਰਾਗਿਓ। ਆਖਿਆ ਹੈ ਨਾਨਕ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ ਕਿ ਤੁਹਾਡਾ ਮਨ ਨਿਰੰਕਾਰ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਜੋ ਤੁਮ ਰੀਤ ਕਹਿਤ ਇਹ ਸਾਚੀ। ਤੁਸੀਂ ਜੋ ਕੁਝ ਵੀ ਕਿਹਾ ਜਾਂ ਕਹਿ ਰਹੇ ਹੋ ਤੁਹਾਡੀ ਇਹ ਕਹੀ ਹੋਈ ਰੀਤ ਬਿਲਕੁਲ ਸੱਚ ਹੈ, ਸਤ ਹੈ। ਹਰ ਚਰਨਨ ਮੈਂ ਮਤ ਰੁਚ ਰਾਚੀ। ਤੁਹਾਡੀ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਰੁਚੀ ਲੱਗੀ ਹੋਈ ਹੈ, ਨਿਰੰਕਾਰ ਦੇ ਚਰਨਾਂ ਵਿੱਚ ਪ੍ਰੀਤ ਲੱਗੀ ਹੋਈ ਹੈ। ਤਦਪ ਤੁਮਰੋ ਸਭ ਪਰਵਾਰੋ। ਪਰ ਇਹ ਨਾਨਕ ਫਿਰ ਵੀ ਜਿਹੜਾ ਤੇਰਾ ਪਰਿਵਾਰ ਹੈ, ਤੁਹਾਡੇ ਪਿਤਾ ਜੀ ਨੇ, ਮਾਤਾ ਜੀ ਹਨ, ਪੇ ਦਿਲਗੀਰ ਜੋ ਹੈ ਹਿਤਕਾਰੋ। ਇਹ ਤੁਹਾਡੇ ਹਿਤਕਾਰੀ ਨੇ, ਤੁਹਾਡੇ ਹਿਤੈਸ਼ੀ ਨੇ, ਦਿਲਗੀਰ ਹੋ ਰਹੇ ਨੇ, ਯਾਨੀ ਕਿ ਦੁਖੀ ਹੋ। ਦਿਲਗੀਰ ਦਾ ਮਤਲਬ ਹੁੰਦਾ ਦੁਖੀ ਹੋਣਾ। ਇਹ ਦੁਖੀ ਹੋ ਰਹੇ ਹਨ ਤੁਹਾਡੇ ਕਰਕੇ, ਤੁਹਾਡਾ ਇਹ ਸੁਭਾਅ ਵੇਖ ਕੇ। ਤੁਹਾਡੇ ਮਨ 'ਚ ਤਾਂ ਨਿਰੰਕਾਰ ਦੀ ਪ੍ਰੀਤ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਤੁਹਾਡੇ ਹਿਤੈਸ਼ੀ, ਤੁਹਾਡੇ ਪਰਿਵਾਰ ਦੇ ਮੈਂਬਰ, ਤੁਹਾਡੇ ਮਾਤਾ ਔਰ ਪਿਤਾ ਜੀ ਤੁਹਾਡੀ ਐਸੀ ਦਸ਼ਾ ਵੇਖ ਕੇ ਦਿਲਗੀਰ ਹੋ ਰਹੇ ਨੇ, ਦੁਖੀ ਹੋ ਰਹੇ ਨੇ। ਇਨਕੋ ਹੇਤ ਕਰੋ ਜਿਉ ਹਰਖੇ। ਇਹ ਨਾਨਕ ਜੀ ਜਿਵੇਂ ਖੁਸ਼ ਹੋ ਜਾਣ, ਜਿਵੇਂ ਇਹ ਪ੍ਰਸੰਨ ਹੋ ਜਾਣ, ਤੁਸੀਂ ਕੋਈ ਇਹੋ ਜਿਹਾ ਕੰਮ ਕਰੋ, ਕੋਈ ਇਹੋ ਜਿਹਾ ਉਪਕਾਰ ਕਰੋ, ਕੋਈ ਇਹੋ ਜਿਹੀ ਕਿਰਤ ਵਿਰਤ ਕਰੋ। ਤੁਮਰੋ ਮੋਹ ਆਨ ਇਨ ਕਰਖੇ। ਕਿਉਂਕਿ ਤੁਹਾਡੀ ਮਮਤਾ, ਤੁਹਾਡਾ ਮੋਹ ਇਹਨਾਂ ਦਾ ਮਨ ਖਿੱਚਦਾ ਹੈ। ਜਦੋਂ ਤੁਹਾਡੀ ਐਸੀ ਹਾਲਤ ਵੇਖਦੇ ਨੇ, ਵੇਖ ਕੇ ਇਹਨਾਂ ਦਾ ਮਨ ਤੁਹਾਡੇ ਵੱਲ ਬਦੋ-ਬਦੀ ਖਿੱਚਿਆ ਜਾਂਦਾ ਹੈ, ਇਹਨਾਂ ਦਾ ਮਨ ਤੁਹਾਡੇ ਮੋਹ ਵਿੱਚ ਆਕਰਸ਼ਿਤ ਹੁੰਦਾ, ਖਿੱਚਿਆ ਜਾਂਦਾ ਹੈ। ਪਿਤਾ ਅਨੁਜ ਔਰ ਜੇ ਗਿਆਤੀ। ਆ ਵੇਖੋ ਤੁਹਾਡੇ ਪਿਤਾ ਜੀ ਖੜੇ ਨੇ, ਬੜੇ ਫਿਕਰਮੰਦ ਨੇ। ਤੁਹਾਡੇ ਪਿਤਾ ਜੀ ਦੇ ਅਨੁਜ ਛੋਟੇ ਭਰਾ ਤੁਹਾਡੇ ਚਾਚਾ ਲਾਲੂ ਜੀ ਖੜੇ ਨੇ, ਉਹ ਵੀ ਦੁਖੀ ਨੇ। ਆ ਵੇਖੋ ਤੁਹਾਡੇ ਜਿੰਨੇ ਸੰਬੰਧੀ ਨੇ, ਮਾਤਾ ਹੈ, ਭੈਣ ਹੈ, ਇਹ ਸਾਰੇ ਬੜੇ ਵਿਆਕੁਲ ਤੇ ਦੁਖੀ ਹਨ। ਨੈ ਤਿਨ ਕੋ ਅਸ ਰੀਤ ਸੁਹਾਤੀ। ਤੁਹਾਡੀ ਇਹ ਜਿਹੜੀ ਰੀਤ ਹੈ, ਜੋ ਤੁਸੀਂ ਇਹ ਕੁਝ ਕਰ ਰਹੇ ਹੋ ਵੈਰਾਗ ਸਹਿਤ, ਇਹਨਾਂ ਨੂੰ ਤੁਹਾਡੀ ਇਹ ਰੀਤ ਕਿਸੇ ਨੂੰ ਵੀ ਚੰਗੀ ਨਹੀਂ ਜੇ ਲੱਗਦੀ। ਤੁਹਾਡੇ ਇਹੋ ਜਿਹੇ ਕੰਮ ਜੋ ਤੁਸੀਂ ਕਰ ਰਹੇ ਹੋ, ਇਹ ਕਿਸੇ ਦੇ ਮਨ ਨੂੰ ਵੀ ਨਹੀਂ ਭਾਉਂਦੇ। ਬੋਲੋ ਬਿਗਸੋ ਵਿਚਰੋ ਸੰਗਾ। ਤੁਸੀਂ ਇਹਨਾਂ ਨਾਲ ਬੋਲੋ, ਗੱਲਬਾਤ ਕਰੋ, ਇਹਨਾਂ ਨਾਲ ਵਿਚਰੋ, ਵਿਚਰਿਆ ਕਰੋ, ਗੱਲਬਾਤ ਕਰਿਆ ਕਰੋ। ਤੁਸੀਂ ਤਾਂ ਬਿਲਕੁਲ ਹੀ ਮੌਨ ਹੋ ਗਏ ਹੋ ਨਾਨਕ ਜੀ, ਕੁਝ ਬੋਲਦੇ ਨਹੀਂ, ਕੁਝ ਆਖਦੇ ਨਹੀਂ, ਜਿਸ ਕਰਕੇ ਪਰਿਵਾਰ ਦੇ ਸਾਰੇ ਪਰਿਵਾਰਕ ਮੈਂਬਰ ਪਰੇਸ਼ਾਨ ਨੇ। ਇਹਨਾਂ ਨਾਲ ਗੱਲਬਾਤ ਕਰਿਆ ਕਰੋ, ਇਹਨਾਂ ਨਾਲ ਬੈਠਿਆ ਉੱਠਿਆ ਕਰੋ। ਕਰੋ ਕਾਜ ਸਭ ਸਹਿ ਤੇ ਉਮੰਗਾ।
ਜਿੰਨੇ ਕਾਰਜ ਨੇ ਸੰਸਾਰ ਦੇ ਉਮੰਗ ਸਹਿਤ ਕਰੋ, ਖੁਸ਼ੀ ਦੇ ਨਾਲ ਕਰੋ। ਸੁਨ ਕਰ ਸ਼੍ਰੀ ਨਾਨਕ ਤੈ ਬਾਣੀ। ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੁੱਲਾਂ ਦੀ ਇਹ ਬਾਣੀ ਸੁਣੀ, ਬੋਲੇ ਦੀਨ ਬੰਧੂ ਸੁਖਦਾਨੀ। ਇਹਨਾਂ ਦੇ ਬੰਧੂ ਸੁਖਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਸ਼੍ਰੀ ਮੁਖ ਵਾਕ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ। ਸਤਿਗੁਰੂ ਜੀ ਨੇ ਸ਼ਬਦ ਦਾ ਦੂਸਰਾ ਬੰਦ ਉਚਾਰਨ ਕੀਤਾ। ਜਦੋਂ ਮੁੱਲਾ ਨੇ ਕਿਹਾ ਨਾ, ਇਹ ਤੁਹਾਡੇ ਪਿਤਾ ਜੀ, ਮਾਤਾ ਜੀ, ਭਰਾ ਸੰਬੰਧੀ ਖੜੇ ਨੇ, ਇਹਨਾਂ ਵਾਸਤੇ ਖੁਸ਼ ਹੋ ਕੇ ਬੋਲੋ, ਤਾਂ ਸੁਣ ਕੇ ਮੇਰੇ ਪਾਤਸ਼ਾਹ ਨੇ ਵਿਰਾਗਮਈ ਬਚਨ ਉਚਾਰੇ। ਕਹਿੰਦੇ ਜਾਨ ਜਾਨ, ਕਹਿੰਦੇ ਨੇ ਜੋਰੂ ਘਰ ਵਾਲੀ ਨੂੰ, ਘਰ ਵਾਲੀ। ਪਿਸਰ ਪਿਸਰ ਕਹਿੰਦੇ ਨੇ ਪੁੱਤਰ ਨੂੰ। ਪਦਰ ਪਦਰ ਕਹਿੰਦੇ ਨੇ ਪਿਤਾ ਨੂੰ। ਬਿਰਾਦਰਾ ਬਿਰਾਦਰ ਕਹਿੰਦੇ ਨੇ ਭਰਾ ਨੂੰ। ਪਦਰ ਬਿਰਾਦਰ। ਅੰਗਰੇਜ਼ੀ ਵਿੱਚ ਵੀ ਫਾਰਸੀ ਦੇ ਜਿਹੜੇ ਅੱਖਰ ਨੇ ਤਬਦੀਲ ਹੋ ਜਾਂਦੇ, ਬਰਦਰ ਹੋ ਜਾਂਦਾ, ਬਿਰਾਦਰ। ਪਦਰ ਫਾਦਰ ਹੋ ਜਾਂਦਾ ਹੈ। ਇਸ ਤਰ੍ਹਾਂ ਮਿਲੀਆਂ ਜੁਲੀਆਂ ਪਛਾਵਾਂ ਨੇ। ਕਹਿੰਦੇ ਜਨ ਪਿਦਰ, ਜਨ ਨਾਮ ਜਵਰੂ ਦਾ, ਘਰ ਵਾਲੀ ਦਾ। ਪਿਸਰ ਪਿਸਰ ਦਾ ਮਤਲਬ ਪੁੱਤਰ ਹੈ। ਪਦਰ ਪਿਤਾ ਨੂੰ ਕਹਿੰਦੇ ਨੇ। ਬਰਾਦਰਾਂ ਭਰਾ। ਕਸ ਨੇਸ ਦਸਤੰਗੀਰ। ਜਦੋਂ ਉਹ ਵੇਲਾ ਆਉਣਾ ਨਾ, ਸਤਿਗੁਰੂ ਜੀ ਕਹਿੰਦੇ ਇਹਨਾਂ ਵਿੱਚੋਂ ਕਿਸੇ ਨੇ ਵੀ ਹੱਥ ਨਹੀਂ ਫੜਨਾ, ਕਿਸੇ ਨੇ ਵੀ ਬਾਂਹ ਨਹੀਂ ਫੜਨੀ। ਨਾ ਪੁੱਤਰ ਨੇ, ਨਾ ਘਰ ਵਾਲੀ ਨੇ, ਨਾ ਪਿਓ ਨੇ, ਨਾ ਮਾਂ ਨੇ, ਨਾ ਭਰਾ ਨੇ, ਕਿਸੇ ਨੇ ਵੀ ਹੱਥ ਨਹੀਂ ਫੜਨਾ, ਕਿਸੇ ਨੇ ਵੀ ਬਾਂਹ ਨਹੀਂ ਫੜਨੀ। ਜਦੋਂ ਉਹ ਵੇਲਾ ਆਉਣਾ, ਜਦੋਂ ਜੰਮ ਕਰੜੇ ਪਾ ਕੇ ਹੱਥ ਪਪੀਡੇ ਹੱਥ ਪਾਉਂਦੇ ਆ ਨਾ, ਉਦੋਂ ਇਹਨਾਂ ਵਿੱਚੋਂ ਕਿਸੇ ਨੇ ਵੀ ਹੱਥ ਨਹੀਂ ਪਕੜਨਾ। ਆਖਰ ਬੇਅਫਤਮ ਕਸ ਨਾ ਦਾਰਦ ਕਿਉਂ ਸ਼ਬਦ ਤਕਬੀਰ। ਆਖੀਰ ਜਦੋਂ ਡਿੱਗ ਪੈਣਾ, ਬੇਅਫਤਮ ਕਹਿੰਦੇ ਨੇ ਡਿੱਗ ਪੈਣ ਨੂੰ। ਜਦੋਂ ਡਿੱਗ ਪੈਣਾ, ਕਬਰ ਦੇ ਵਿੱਚ ਲਾਸ਼ ਹੋਣੀ ਹੈ, ਉਦੋਂ ਕੋਲ ਉਸ ਫਾਤੀਆ ਪੜ੍ਹਿਆ ਜਾਂਦਾ। ਉਹ ਮਰਨ ਵੇਲੇ ਦੀ ਨਮਾਜ਼ ਪੜ੍ਹੀ ਜਾਂਦੀ ਹੈ ਨਾ, ਜਿਸ ਵੇਲੇ, ਉਸ ਵੇਲੇ ਕਿਸੇ ਨੇ ਵੀ ਇਹਦਾ ਦਰਦ ਨਹੀਂ ਸਮਝਣਾ, ਕਿਸੇ ਨੇ ਵੀ ਇਹਦਾ ਦਰਦ ਨਹੀਂ ਮਹਿਸੂਸ ਕਰਨਾ। ਹਾਂਜੀ। ਚੋਪਈ ਪਿਤਾ ਪ੍ਰਾਤ ਤੀਏ ਤਾਤ ਸਮੇਤੂ। ਹੁਣ ਵਿਆਖਿਆ ਕਰਦੇ। ਪਿਓ, ਭਰਾ, ਘਰ ਵਾਲੀ, ਪੁੱਤਰ, ਜਿੰਨੇ ਵੀ ਇਹ ਸੰਬੰਧੀ ਹਨ, ਇਨਕੋ ਲਖੋ ਕੂਰ ਸਭ ਹੇਤੂ। ਇਹਨਾਂ ਸਾਰਿਆਂ ਦਾ ਝੂਠਾ ਨੇਹ ਹੈ ਤੁਹਾਡੇ ਨਾਲ ਭਾਈ। ਇਹਨਾਂ ਸਭ ਦਾ ਨੇਹ ਝੂਠਾ ਹੈ। ਜਿੰਨੇ ਵੀ ਇਹ ਸੰਬੰਧੀ ਦੱਸੇ ਹਨ, ਧਨ ਬਿਨ ਜੀਵਤ ਤਿਆਗੇ ਸੰਗਾ। ਇਹ ਤਾਂ ਜਿਉਂਦਿਆਂ ਜੀ ਛੱਡ ਜਾਂਦੇ ਨੇ। ਕਦੋਂ? ਜੇ ਤੁਸੀਂ ਧਨ ਵਿਹੂਣੇ ਹੋ ਜਾਓ। ਧਨ ਵਿਹੂਣੇ ਨੂੰ ਘਰ ਵਾਲੀ ਛੱਡ ਜਾਂਦੀ ਹੈ, ਧਨ ਵਿਹੂਣੇ ਨੂੰ ਪੁੱਤਰ ਛੱਡ ਜਾਂਦੇ ਹੈ, ਧਨ ਵਿਹੂਣੇ ਨੂੰ ਭਰਾ ਵੀ ਛੱਡ ਜਾਂਦੇ ਨੇ। ਤੂੰ ਧਨ ਦੇ ਨਾ ਹੋਵੇ ਕਿਸੇ ਕੋਲ ਧਨ, ਇਹ ਤਾਂ ਜਿਉਂਦਿਆਂ ਜੀ ਛੱਡ ਜਾਂਦੇ। ਮਹਾਰਾਜ ਕਹਿੰਦੇ ਮਰਨ ਤੋਂ ਬਾਅਦ ਤਾਂ ਇਹਨਾਂ ਨੇ ਕੀ ਸੰਗ ਨਿਭਣਾ ਸੀ। ਜੇ ਕਿਸੇ ਧਨਵਾਨ ਦੇ ਨਾਲ ਇਹ ਟੁਰੇ ਫਿਰਦੇ ਵੀ ਨੇ, ਮਰਨ ਵੇਲੇ ਇਹਨਾਂ ਵਿੱਚੋਂ ਧਨਵਾਨ ਦੇ ਵੀ ਕਿਸੇ ਨੇ ਕੰਮ ਨਹੀਂ ਆਉਣਾ। ਮਹਾਰਾਜ ਜੀ ਕਹਿੰਦੇ ਜੇ ਧਨ ਬਿਨਾ ਹੋਵੇ ਮਨੁੱਖ ਤੇ ਜੀਵਤ ਤਿਆਗ ਹੈ ਸੰਗਾ। ਇਹ ਜਿਉਂਦਿਆਂ ਜੀ ਸੰਗ ਛੱਡ ਕੇ ਚਲੇ ਜਾਂਦੇ ਨੇ। ਤਨ ਹੋਵੇ ਰਹੇ ਸੰਗੇ ਉਮੰਗਾ। ਤੁਹਾਡੇ ਕੋਲ ਦੋ ਛਿੱਲੜ ਹੈਣ ਮਾਇਆ ਦੇ, ਤੇ ਬੜੇ ਚਾਅ ਤੇ ਬੜੀ ਖੁਸ਼ੀ ਨਾਲ ਇਹ ਸਾਰੇ ਤੁਹਾਡੇ ਨਾਲ ਰਹਿੰਦੇ ਹਨ। ਜਬ ਜਮਿਆਨ ਗਏ ਇਸ ਪ੍ਰਾਨੀ। ਜਦੋਂ ਜਮ ਆ ਕੇ ਇਸ ਪ੍ਰਾਣੀ ਨੂੰ ਪਕੜਦਾ, ਇਹਦੇ ਕੇਸਾਂ ਨੂੰ ਹੱਥ ਪਾਉਂਦਾ, ਤਬ ਰਾਖਨ ਕੀ ਕਹਾ ਕਹਾਣੀ। ਦੱਸੋ ਹਾਂ ਭਲਾ ਮੁੱਲਾ ਜੀ, ਉਦੋਂ ਕੌਣ ਰੱਖੇਗਾ ਇਹਨਾਂ ਚੋਂ? ਕੌਣ ਬਚਾਏਗਾ? ਕੌਣ ਬਾਹ ਫੜੇਗਾ? ਆਖੇਗਾ ਵੀ ਇਹਨੂੰ ਨਾ ਲੈ ਕੇ ਜਾਈਏ, ਮੇਰਾ, ਮੈਨੂੰ ਲੈ ਜਾ ਇਹਦੀ ਥਾਂ ਤੇ। ਕੌਣ ਕਹੇਗਾ ਉਦੋਂ? ਕੋਈ ਨਹੀਂ ਕਹਿੰਦਾ, ਕੋਈ ਬਾਹ ਨਹੀਂ ਫੜਦਾ।
ਅੰਤ ਕਾਲ ਗੈ ਲੀਨ ਇਕਾਕੀ। ਅੰਤ ਕਾਲ ਦੇ ਸਮੇਂ ਫਿਰ ਇਸ ਜੀਵ ਨੂੰ ਇਕੱਲਿਆਂ ਹੀ ਪਕੜ ਲੈਂਦੇ ਆ ਜਮ। ਤਬ ਤਕਬੀਰ ਹੋਏ ਕਿਆ ਤਾਂ ਕੀ। ਉਦੋਂ ਫਿਰ ਕੀ ਤਕਬੀਰ ਹੋਣੀ, ਉਹਨਾਂ ਦੇ ਨਾਲ ਕੀ ਗੱਲਬਾਤ ਹੋਣੀ ਹੈ। ਚਲਨ ਸੰਗ ਜੋ ਸ਼੍ਰੀ ਹਰਿ ਰੰਗਾ। ਕਹਿੰਦੇ ਨਾਲ ਤਾਂ ਜਾਣਾ ਸੀ ਪਰਮੇਸ਼ਰ ਦੇ ਭਜਨ ਦਾ ਰੰਗ, ਉਹ ਨਾਲ ਜਾਣਾ ਸੀ। ਜਿਹੜਾ ਸ਼੍ਰੀ ਹਰਿ ਰੰਗਾ ਹੈ, ਪਰਮੇਸ਼ਰ ਦੇ ਭਜਨ ਦਾ ਰੰਗ ਹੈ, ਉਹ ਨਾਲ ਜਾਣਾ ਸੀ। ਨਾਮ ਨ ਜਪਿਓ ਰਿਓ ਮਨ ਭੰਗਾ। ਪਰ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਜਿਸ ਕਰਕੇ ਇਹਦਾ ਮਨ ਉਸ ਭਗਤੀ ਦੇ ਰੰਗ ਤੋਂ ਬਿਨਾਂ ਖਾਲੀ ਹੈ। ਪਾ ਅਨਾਥ ਜਮ ਮਾਰਗ ਮਾਈ। ਕਹਿੰਦੇ ਜੰਮਾਂ ਦੇ ਮਾਰਗ ਤੇ ਟੁਰਿਆ ਜਾਂਦਾ ਅਨਾਥਾਂ ਵਾਂਗੂ, ਕੋਈ ਵਾਲੀ ਵਾਰਸ ਨਹੀਂ ਬਣਦਾ। ਪਾਪ ਕਮਾਵੰਦਿਆਂ ਤੇਰਾ ਕੋਏ ਨ ਬੇਲੀ ਰਾਮ। ਇਹੋ ਕੁਟੰਬ ਤੁਝ ਦੇਖਦਾ ਚੱਲੈ ਨਹੀਂ ਤੇਰਾ ਨਾਲੇ। ਸਾਧ ਤੇਰਾ ਚੱਲੈ ਨਹੀਂ ਤਿਸ ਨਾਲ ਕਿਉਂ ਚਿਤ ਲਾਈ ਹੈ। ਕਹਿੰਦੇ ਫਿਰ ਉਸ ਵੇਲੇ ਜਦੋਂ ਕੱਲਾ ਜਾਂਦਾ ਨਾ, ਫਿਰ ਕੱਲਾ ਹੀ ਲੰਮਾ ਪੈਂਡਾ ਤੈਅ ਕਰਦਾ, ਕੋਈ ਵੀ ਨਾਲ ਨਹੀਂ ਨਿਭਦਾ। ਅਨੇਕ ਜਾਤ ਨਾ ਹੋਵੇ ਜਾਈ। ਅਨੇਕ ਪ੍ਰਕਾਰ ਦੀਆਂ ਯਾਤਨਾਵਾਂ, ਅਨੇਕ ਪ੍ਰਕਾਰ ਦੀਆਂ ਤਾੜਨਾਵਾਂ, ਤਾੜਨਾਵਾਂ ਇਸ ਜੀਵ ਨੂੰ ਹੁੰਦੀਆਂ ਹਨ। ਨੈ ਸਹਾਏ ਤਿਨ ਕੋ ਸੰਬੰਧੋ। ਕੋਈ ਸੰਬੰਧੀ, ਕੋਈ ਸਾਕ, ਕੋਈ ਰਿਸ਼ਤੇਦਾਰ ਇਹਦਾ ਸਹਾਇਕ ਨਹੀਂ ਹੁੰਦਾ, ਇਹਦਾ ਮਦਦਗਾਰ ਨਹੀਂ ਹੁੰਦਾ। ਜਿਨ ਮੈਂ ਪਚਿਓ ਰਿਓ ਮਤ ਅੰਦੋ। ਇਹਨਾਂ ਵਿੱਚ ਸਾਰੀ ਜ਼ਿੰਦਗੀ ਪਚਿਆ ਰਿਹਾ, ਮਾੜੀ ਮੱਤ ਵਾਲਾ, ਅੰਨੀ ਮੱਤ ਵਾਲਾ, ਅੰਤ ਨੂੰ ਉਹਨਾਂ ਚੋਂ ਕੋਈ ਵੀ ਨਾਲ ਨਹੀਂ ਨਿਭਿਆ, ਕਿਸੇ ਨੇ ਵੀ ਸਾਥ ਨਹੀਂ ਦਿੱਤਾ। ਜਾਨੀ ਹਿਰਦੇ ਮੁਲਾਨੇ ਰੀਤੀ। ਮੁੱਲਾ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕਹੇ ਵਾਕ ਆਪਣੇ ਹਿਰਦੇ ਵਿੱਚ ਜਾਣੇ। ਪਰਿਪੂਰਨ ਉਰਮੈ ਹਰ ਪ੍ਰੀਤੀ। ਮੁੱਲਾਂ ਦੇ ਮਨ ਵਿੱਚ ਹਰੀ ਪ੍ਰੀਤ ਜਾਗ ਪਈ। ਇੱਕਦਮ ਸਤਿਗੁਰਾਂ ਦੇ ਬਚਨ ਸੁਣ ਕੇ ਮੁੱਲਾਂ ਦੇ ਕੋਈ ਪੂਰਬਲੇ ਜਨਮਾਂ ਦੇ ਭਾਗ ਸਵੱਲੇ ਹੋਏ ਜਾਗ ਪਏ। ਇਹਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰੀਤ ਜਾਗ ਪਈ। ਇਸ ਕੇ ਬਚਨ ਮੋਹ ਮਨ ਫੇਰਾ। ਕਹਿੰਦੇ ਸਤਿਗੁਰੂ ਜੀ ਦੇ ਬਚਨਾਂ ਨੇ, ਮੁੱਲਾ ਸੋਚਦਾ ਹੈ ਕਿ ਗੁਰੂ ਸਾਹਿਬ ਦੇ ਬਚਨਾਂ ਨੇ ਮੇਰਾ ਮਨ ਫੇਰ ਦਿੱਤਾ ਹੈ, ਮੇਰਾ ਮਨ ਮੋੜ ਦਿੱਤਾ ਭੈੜੇ ਪਾਸਿਓ। ਜਿਉ ਮਤੰਗ ਅੰਕੁਸ਼ ਕਰ ਪ੍ਰੇਰਾ। ਜਿਵੇਂ ਕਿਸੇ ਝੂਲਦੇ ਹੋਏ ਮਸਤ ਹਾਥੀ ਨੂੰ ਕੁੰਡੇ ਨਾਲ ਕਾਬੂ ਕਰੀਦਾ ਨਾ, ਏਦਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੇ ਮੇਰਾ ਡਾਵਾਂ ਡੋਲ ਹੁੰਦਾ ਮਨ ਆਪਣੇ ਕਾਬੂ ਵਿੱਚ ਕਰ ਲਿਆ ਹੈ, ਪ੍ਰੇਰ ਕੇ ਕਾਬੂ ਕਰ ਲਿਆ ਹੈ। ਕਹੇ ਗੁਨਾਹ ਕਰ ਬਾਣੀ ਸਾਚੀ। ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਬਿਲਕੁਲ ਸੱਚ ਹੈ। ਇਹ ਗੁਣਾਂ ਨਾਲ ਪਰੋਤੀ ਹੋਈ ਹੈ, ਇਹ ਗੁਣਾਂ ਦੀ ਖਾਣ ਹੈ। ਪੂਰ ਕੁਟੰਬ ਪ੍ਰੀਤ ਰੁਚ ਰਾਚੀ। ਆ ਟੱਬਰਾਂ ਦੇ, ਪਰਿਵਾਰਾਂ ਦੇ ਨੇ, ਉਹਨਾਂ ਦੀ ਪ੍ਰੀਤ ਇਹ ਸਭ ਝੂਠੀ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਇਹ ਸਾਰੇ ਜਗਤ ਦੇ ਪਦਾਰਥਾਂ ਦੀ ਪ੍ਰੀਤ ਝੂਠੀ ਹੈ। ਆਖਰ ਕੋ ਰਖਵਾਰ ਨ ਸੰਗੀ। ਅਖੀਰ ਨੂੰ ਇਹਨਾਂ ਚੋਂ ਕੋਈ ਵੀ ਸੰਗੀ ਰਖਵਾਲਾ ਨਹੀਂ ਹੋਣਾ, ਕਿਸੇ ਵੀ ਰੱਖਿਆ ਨਹੀਂ ਕਰਨੀ ਬਿਨਾ ਪਰਮੇਸ਼ਰ ਤੋਂ। ਇੱਕ ਅਕਾਲ ਪੁਰਖ ਨਹੀਂ ਰਾਖਾ ਹੋਣਾ ਹੈ, ਉਹਦੇ ਤੋਂ ਬਿਨਾ ਹੰਤ ਕਾਲ ਨੂੰ ਕਿਸੇ ਨੇ ਰੱਖਿਆ ਨਹੀਂ ਕਰਨੀ। ਗੁਰੂ ਖਾਲਸਾ ਜੀ, ਇੱਕ ਨਿਰੰਕਾਰ ਪਰਮੇਸ਼ਰ ਤੋਂ ਬਿਨਾ ਸਾਡਾ ਕੋਈ ਦੂਜਾ ਰਾਖਾ ਨਹੀਂ ਹੈ। ਰਾਖਾ ਏਕ ਹਮਾਰਾ ਸੁਆਮੀ। 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 ਰਾਖਾ ਏਕ
ਹਮਾਰਾ ਸੁਆਮੀ। ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਰਾਖਾ ਨਹੀਂ ਹੈ। ਤੂੰ ਮੇਰਾ ਰਾਖਾ ਸਭਨੀ ਥਾਈ, ਹਰ ਥਾਈ ਉਹੀ ਰੱਖਿਆ ਕਰਨ ਵਾਲਾ ਰੱਖਣਹਾਰ ਹੈ। ਸਹੇ ਜੀਵ ਇਹ ਦੁਖ ਇਕੰਗੀ, ਜੀਵ ਨੂੰ ਇਹ ਸਾਰੇ ਦੁੱਖ ਇਕੱਲੇ ਨੂੰ ਭੋਗਣੇ ਪੈਂਦੇ ਹਨ। ਕੋਈ ਸੰਗੀ ਨਹੀਂ, ਕੋਈ ਬੇਲੀ ਨਹੀਂ, ਇਕੱਲੇ ਨੂੰ ਹੀ ਮਨੁੱਖ ਨੂੰ, ਜੀਵ ਨੂੰ ਇਹ ਸਾਰੇ ਦੁੱਖ ਤੇ ਤੰਗੀਆਂ ਝੱਲੜੀਆਂ ਪੈਂਦੀਆਂ ਹਨ। ਅਸ ਅਨਜਾਨ ਪਨੇ ਮੈਂ ਮਾਨਵ, ਇਹੋ ਜਿਹੇ ਅਣਜਾਣ ਪੁਣੇ ਦੇ ਵਿੱਚ ਮਨੁੱਖ ਪਚੇ ਰਹਿਣ ਦਿਨ ਭੇਵ ਨ ਜਾਣਵ। ਪਚੇ ਰਹਿੰਦੇ ਆ ਵਿਸ਼ਿਆਂ ਵਿਕਾਰਾਂ ਵਿੱਚ, ਭੇਦ ਨਹੀਂ ਜਾਣਦੇ, ਨਿਰੰਕਾਰ ਦੇ ਘਰ ਦਾ ਰਹੱਸ ਨਹੀਂ ਬੁੱਝਦੇ। ਅਸ ਵਿਚਾਰ ਕਰ ਹਿਰਦੇ ਮੁਲਾਨਾ, ਮੁਲਾਣਾ ਏਦਾਂ ਮਨ ਹੀ ਮਨ ਵਿਚਾਰਾਂ ਕਰ ਰਿਹਾ। ਇਹ ਸਾਰੀਆਂ ਉਹਦੇ ਹਿਰਦੇ 'ਚ ਵਿਚਾਰਾਂ ਚੱਲ ਰਹੀਆਂ ਨੇ ਸਤਿਗੁਰਾਂ ਦੇ ਦਰਸ਼ਨ ਕਰਕੇ। ਲਖ ਮਹਿਮਾ ਮੁਖ ਬਚਨ ਬਖਾਨਾ, ਸਤਿਗੁਰਾਂ ਦੀ ਮਹਿਮਾ ਲੱਖ ਕੇ ਜਾਣ ਕੇ ਮੁੱਲਾਂ ਜੀ ਬੋਲੇ। ਅਲਪ ਬੈਸ ਏਤੀ ਦਾਨਾਈ, ਮਹਾਰਾਜ ਛੋਟੀ ਜੀ ਉਮਰ ਹੈ, ਇਸ ਛੋਟੀ ਜੀ ਉਮਰ ਵਿੱਚ ਏਡਾ ਦਾਨਾਪਨ, ਇਤਨੇ ਦਾਨੇ ਹੋ, ਇਤਨੇ ਸਿਆਣੇ ਹੋ। ਕੋ ਅਵਤਰਿਓ ਸੰਤ ਸੁਖਦਾਈ, ਮਹਾਰਾਜ ਕੋਈ ਅਵਤਾਰ ਜਾਪਦੇ ਹੋ ਜਿਹੜੇ ਸੰਤਾਂ ਨੂੰ ਸੁਖ ਦੇਣ ਆਏ ਹੋ, ਭਗਤਾਂ ਨੂੰ ਸੁਖ ਦੇਣ ਆਏ ਹੋ। ਮਹਾਰਾਜ ਕੋਈ ਅਵਤਾਰੀ ਪੁਰਸ਼ ਲੱਗਦੇ ਹੋ, ਜਾਪਦੇ ਹੋ, ਸੁਖਦਾਈ ਹੋ। ਸਿਸਤਾ ਵਿਖੇ ਬੰਦਗੀ ਜਾਨੀ, ਇੰਨੀ ਛੋਟੀ ਉਮਰ ਵਿੱਚ, ਬਾਲਪਨੇ ਦੀ ਉਮਰ ਵਿੱਚ ਤੁਸੀਂ ਪਰਮੇਸ਼ਰ ਦੀ ਬੰਦਗੀ ਨੂੰ ਜਾਣ ਲਿਆ। 7-8 ਸਾਲਾਂ ਦੀ ਉਮਰ 'ਚ ਇੰਨੀਆਂ ਡੂੰਘੀਆਂ ਬਾਤਾਂ ਕਰਦੇ ਹੋ। ਨਿਰੰਕਾਰ ਦੀ ਬੰਦਗੀ ਦਾ ਰਸ ਤੁਸੀਂ ਬਾਲਪਣੇ ਦੀ ਅਵਸਥਾ 'ਚ ਜਾਣ ਲਿਆ। ਨੇਕੀ ਕਾਰ ਕਰਨ ਮਨ ਠਾਨੀ, ਨੇਕੀਆਂ ਦੀ ਕਾਰ ਕਰਨ ਵਿੱਚ ਤੁਹਾਡਾ ਮਨ ਲੱਗਾ ਹੋਇਆ, ਨੇਕੀਆਂ ਦੀ ਕਾਰ ਕਰਨ ਵਿੱਚ ਤੁਸੀਂ ਠਾਣ ਲਈ ਹੈ। ਬਦੀ ਖਿਆਲ ਦਿਲ ਦੀਨ ਭੁਲਾਈ, ਆਪਣੇ ਹਿਰਦੇ 'ਚੋਂ ਬਦੀਆਂ ਦੇ ਖਿਆਲ ਤੁਸੀਂ ਭੁਲਾ ਹੀ ਦਿੱਤੇ ਨੇ। ਕੋਈ ਬਦੀ ਦਾ ਖਿਆਲ ਤੁਹਾਡੇ ਹਿਰਦੇ 'ਚ ਨਹੀਂ ਉਤਪਨ ਹੁੰਦਾ। ਰੀਤ ਪ੍ਰੀਤ ਕੀ ਚੀਤ ਬਸਾਈ, ਪ੍ਰੇਮ ਦੀ ਰੀਤ ਤੇ ਪ੍ਰੇਮ ਦੀ ਪ੍ਰੀਤ ਆਪ ਜੀ ਨੇ ਚਿੱਤ 'ਚ ਬਸਾਈ ਹੈ। ਵਿਸ਼ਿਅਨ ਤੇ ਉਦਾਸ ਮਤ ਕੀਨੀ, ਵਿਸ਼ਿਆਂ ਵਿਕਾਰਾਂ ਤੋਂ ਤੁਸੀਂ ਆਪਣੇ ਮਨ ਦੀ ਵਿਰਤੀ ਨੂੰ ਉਪਰਾਮ ਕਰ ਲਿਆ ਹੈ। ਤੁਹਾਡੇ ਮਨ 'ਚ ਕੋਈ ਵਿਸ਼ੇ ਦੀ ਰਤੀ ਨਹੀਂ ਹੈ। ਨਹੀਂ ਤਾਂ ਬਾਲਕਾਂ ਨੂੰ ਤਾਂ ਕਈ ਤਰ੍ਹਾਂ ਦੇ ਵਿਸ਼ੇ ਪਸੰਦ ਹੁੰਦੇ ਆ, ਪਰ ਤੁਸੀਂ ਆਪਣੇ ਹਿਰਦੇ 'ਚ ਕੋਈ ਵਿਸ਼ੇ ਦੀ ਪ੍ਰੀਤ ਰੱਖੀ ਨਹੀਂ। ਗੁਰੂ ਨਾਨਕ ਸਾਹਿਬ ਜੀ ਗਿਰਾ ਪ੍ਰੇਮ ਪਰਮੇਸ਼ਰ ਪੀਨੀ, ਆਹਾ ਤੁਹਾਡੀ ਬਾਣੀ ਕਿੰਨੀ ਪ੍ਰੇਮ ਨਾਲ ਭਿੱਜੀ, ਪਰਮੇਸ਼ਰ ਨਾਲ ਮਿਲੀ ਹੋਈ ਤੇ ਪ੍ਰੇਮ ਨਾਲ ਭਿੱਜੀ ਹੋਈ ਹੈ। ਕੈਸੀ ਅੰਮ੍ਰਿਤ ਬਾਣੀ ਆਪ ਜੀ ਆਪਣੇ ਮੁਖੋਂ ਉਚਾਰਨ ਕਰ ਰਹੇ ਹੋ। ਜਨ ਪਿਸਰ ਪਦਰ ਬਿਰਾਦਰਾਂ, ਕਸ ਨੇ ਸਦਸਤੰਗੀਰ, ਆਖਰ ਬੇਅਪਤਮ ਕਸ ਨਦਾਰਦ ਚੂ ਸ਼ਬਦ ਤਕਬੀਰ। ਕੈਸੇ ਅੰਮ੍ਰਿਤ ਬਚਨ ਪਰਮੇਸ਼ਰ ਨਾਲ ਮਿਲੇ ਹੋਏ, ਇਹ ਪ੍ਰੇਮ 'ਚ ਭਿੱਜੇ ਹੋਏ ਬੋਲ ਆਪ ਜੀ ਆਪਣੀ ਰਸਨਾ ਤੋਂ ਉਚਾਰਨ ਕਰ ਰਹੇ ਹੋ। ਗੁਰੂ ਬਾਬਾ ਜੀ ਉਸਤਤ ਕੇ ਬਚ ਸੁਨ ਮੁਖ ਸਦਨਾ, ਸੁੱਖਾਂ ਦੇ ਘਰ ਸਤਿਗੁਰੂ ਜੀ ਨੇ ਜਦੋਂ ਮੁੱਲਾਂ ਜੀ ਦੇ ਮੁਖੋਂ ਆਪਣੀ ਉਸਤਤ ਸੁਣੀ। ਕਯੋ ਤ੍ਰਿਤੀਏ ਪਦ ਪੰਕਜ ਬਦਨਾ, ਕਮਲ ਸਰੀਖੇ ਮੁਖ ਮੰਡਲ ਤੋਂ ਗੁਰਦੇਵ ਨੇ ਸ਼ਬਦ ਦਾ ਤੀਸਰਾ ਬੰਦ ਆਪਣੇ ਮੁਖੋਂ ਉਚਾਰਨ ਕੀਤਾ। ਸੁਣੋ ਜੀ। ਸ੍ਰੀ ਮੁਖ ਵਾਕ ਸਭ ਰੋਜ਼ ਗਸਤਮ ਦਰ ਹਵਾ, ਕਰ ਦੀਮ ਬਦੀ ਖਿਆਲ। ਸਭ ਰੋਜ਼, ਸਭ ਸ਼ਬਨਮ ਸ਼ਬਦ ਵਰਤਦੇ, ਸ਼ਬ ਕਹਿੰਦੇ ਆ ਰਾਤ ਨੂੰ, ਰੋਜ਼ ਕਹਿੰਦੇ ਨੇ ਦਿਨ ਨੂੰ, ਰਾਤ ਔਰ ਦਿਨ। ਗਸਤਮ ਦਰ ਹਵਾ, ਗਸਤਮ ਦਾ ਮਤਲਬ ਹੁੰਦਾ ਲੰਘ ਰਹੇ ਨੇ ਭੈੜੇ ਖਿਆਲ ਕਰਦੇ ਆ ਹਵਸ਼ ਵਿੱਚ। ਦਰ ਹਵਾ ਇਹ ਬੇਨਤੀ ਕਰ ਰਹੇ ਨੇ ਅਕਾਲ ਪੁਰਖ ਦੇ ਚਰਨਾਂ 'ਚ। ਏਦਾਂ ਬੇਨਤੀ ਕਰੀਏ, ਵਾਹਿਗੁਰੂ ਸਾਡੇ ਦਿਨ ਤੇ ਸਾਡੀਆਂ ਰਾਤਾਂ ਭੈੜੇ ਖਿਆਲਾਂ ਦੇ ਵਿੱਚ, ਮਾੜੇ ਫੁਰਨਿਆਂ ਵਿੱਚ, ਹਵਸ਼ਾਂ ਵਿੱਚ ਹੀ ਬਤੀਤ ਹੋ ਰਹੇ ਨੇ। ਦਰ ਹਵਾ ਕਰ ਦੇਮ ਬਦੀ ਖਿਆਲ, ਕਰਦੇ ਹਾਂ ਅਸੀਂ ਬਦੀਆਂ ਦੇ ਖਿਆਲ ਕਰਦੇ ਹਾਂ।
ਸਾਡੇ ਅੰਦਰ ਬਦੀਆਂ ਦੇ ਖਿਆਲ ਉਪਜਦੇ ਆ। ਮਾਛੀਵਾੜੇ ਦੇ ਜੰਗਲਾਂ 'ਚ ਬੈਠਿਆਂ ਬਾਜਾਂ ਵਾਲੇ ਕਲਗੀਧਰ ਦੇ ਹਿਰਦੇ 'ਚ ਇੱਕ ਖਿਆਲ ਉਪਜਿਆ। ਆਹਾ, ਉਹ ਵੀ ਖਿਆਲ ਹੀ ਉਪਜਿਆ ਮੇਰੇ ਸਾਹਿਬ ਦੇ ਹਿਰਦੇ 'ਚ। ਉਹ ਖਿਆਲ ਜਦੋਂ ਸੁਣੀਏ ਜੋ ਮੇਰੇ ਸਾਹਿਬ ਦੇ ਹਿਰਦੇ 'ਚ ਉਪਜਿਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਖਿਆਲ ਪਾਤਸ਼ਾਹੀ ਦਸਵੀਂ। ਸਾਡੇ ਅੰਦਰ ਖਿਆਲ ਕਿਹੋ ਜਿਹੇ ਉਪਜਦੇ ਆ, ਫਲਾਣੇ ਦਾ ਇਦਾਂ ਹੋ ਜੇ, ਅਮਕੇ ਦਾ ਇਦਾਂ ਹੋ ਜੇ। ਬਦੀਆਂ ਕਰਦਿਆਂ, ਮਾੜੇ ਫੁਰਨੇ ਕਰਦਿਆਂ, ਭੈੜੇ ਖਿਆਲਾਂ ਦੇ ਵਿੱਚ ਮਹਾਰਾਜ ਅਕਾਲ ਪੁਰਖ ਜੀ ਸਾਡੇ ਦਿਨ ਤੇ ਰਾਤ ਗੁਜ਼ਰ ਰਹੇ ਹਨ। ਗਾਹੇ ਨਾ ਨੇਕੀ ਕਾਰ ਕਰਦਮ ਮਮ ਈਚੀਨੀ ਅਹਵਾਲ। ਅਸੀਂ ਕੋਈ ਨੇਕੀ ਦਾ ਕੰਮ ਨਹੀਂ ਗਾਹੇ ਕਰਦੇ ਮਹਾਰਾਜ। ਸਾਡੇ ਹਵਾਲ ਇਹੋ ਜਿਹੇ ਨੇ, ਸਾਡੇ ਹਾਲਾਤ ਇਹੋ ਜਿਹੇ ਨੇ ਵਾਹਿਗੁਰੂ। ਇਹੋ ਜਿਹੇ ਭੈੜੇ ਖਿਆਲ, ਬਦਵਖੀਲੀਆਂ, ਮਾੜੇ ਫੁਰਨੇ ਕਫੁਰਨੇ ਅਸੀਂ ਆਪਣੇ ਹਿਰਦੇ 'ਚ ਕਰਦੇ ਹਾਂ। ਚੋਪਈ ਬਦੀ ਖਿਆਲ ਨਿਸਬਾਸਰ ਮਾਈ। ਏ ਵਾਹਿਗੁਰੂ, ਰਾਤ ਦਿਨ ਸਾਡੇ ਹਿਰਦਿਆਂ ਵਿੱਚ ਬਦੀਆਂ ਦੇ ਖਿਆਲ ਉਤਪਨ ਹੁੰਦੇ ਹਨ। ਕਰਤ ਰਹਿਤ ਕੁਛ ਜਾਣਤ ਨਾਈ। ਬਦੀਆਂ ਦੇ ਖਿਆਲ ਕਰਦਿਆਂ ਕਰਦਿਆਂ ਸਾਡੀ ਜ਼ਿੰਦਗੀ ਲੰਘ ਰਹੀ ਹੈ ਵਾਹਿਗੁਰੂ। ਅਸੀਂ ਕੁਝ ਸੋਚਦੇ ਨਹੀਂ, ਵਿਚਾਰਦੇ ਨਹੀਂ, ਕੁਝ ਵੀ ਨਹੀਂ ਜਾਣਦੇ। ਚਿੰਤਾ ਮਨ ਕੋ ਤਜੇ ਗਵਾਰਾ। ਅਸੀਂ ਇਹੋ ਜਿਹੇ ਗਵਾਰ ਬੇਵਕੂਫ ਹੋ ਰਹੇ ਹਾਂ ਵਾਹਿਗੁਰੂ ਕਿ ਜਿਵੇਂ ਕਿਸੇ ਗਵਾਰ ਨੇ ਚਿੰਤਾਮਣੀਆਂ ਹੁੰਦੀਆਂ। ਚਿੰਤਾਮਣੀ ਇੱਕ ਐਸੀ ਮਣੀ ਹੁੰਦੀ, ਉਹਦੇ ਕੋਲ ਜਿਹੜੀ ਚਿਤਵਨੀ ਕਰੋ ਪੂਰੀ ਹੋ ਜਾਂਦੀ। ਕਹਿੰਦੇ ਗਵਾਰ ਨੂੰ ਜਿਵੇਂ ਚਿੰਤਾਮਣੀਆਂ ਮਿਲ ਜਾਣ, ਕਾਚ ਲਏ ਕਰ ਯਤਨ ਅਪਾਰਾ। ਚਿੰਤਾਮਣੀਆਂ ਨੂੰ ਤਜ ਕੇ, ਤਿਆਗ ਕੇ ਕੱਚ ਨੂੰ ਗ੍ਰਹਿਣ ਕਰ ਲਵੇ, ਕੱਚ ਨੂੰ ਇਕੱਠਾ ਕਰ ਲਵੇ ਯਤਨ ਕਰਕੇ। ਸੁਰ ਤਰ ਕੋ ਨਿਜ ਅਜ਼ਰ ਉਖਾਰੇ। ਜਾਂ ਏਦਾਂ ਕਹਿ ਲੋ ਕਿ ਘਰ ਦੇ ਵਿੱਚ ਕਲਪ ਬ੍ਰਿਛ ਲੱਗਾ, ਉਹਨੂੰ ਜੜੋਂ ਪੁੱਟ ਰਿਹਾ। ਕਲਪ ਬ੍ਰਿਛ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ। ਫਿਰ ਜਿਵੇਂ ਪਾਤਸ਼ਾਹ ਕਹਿੰਦੇ ਸੁਰ ਤਰ, ਹੁਣ ਕਹਿੰਦੇ ਘਰ ਦੇ ਵਿਹੜੇ 'ਚ ਲੱਗਾ ਹੋਵੇ ਸੁਰ ਤਰ ਕਲਪ ਬ੍ਰਿਛ, ਉਹਨੂੰ ਕੋਈ ਮੂਰਖ ਬੰਦਾ ਜੜੋਂ ਪੁੱਟ ਦੇਵੇ। ਬਨੀ ਬਬੂਰਨ ਕੀ ਬਿਸਤਾਰੇ। ਔਰ ਉਹਦੀ ਜਗ੍ਹਾ ਤੇ ਲਾ ਦੇਵੇ ਕੰਡਿਆਲੇ ਕਿੱਕਰਾਂ ਦੇ ਬੂਟੇ। ਕਹਿੰਦੇ ਹੈ ਨਾ ਮੂਰਖਤਾਈ। ਘਰ 'ਚ ਲੱਗੇ ਪਾਰ ਜਾਤ ਦੇ ਰੁੱਖ ਨੂੰ ਪੁੱਟ ਕੇ ਉਹਦੀ ਜਗ੍ਹਾ ਤੇ ਬਗੀਚਾ ਲਾਵੇ। ਕਾਹਦਾ? ਕਿੱਕਰਾਂ ਦਾ, ਬਬੂਲ ਦਾ ਦਰਖਤ, ਜਿਹਨੂੰ ਬੜੇ ਭਿਆਨਕ ਕੰਡੇ ਲੱਗਦੇ ਆ। ਉਹ ਕੰਡਿਆਲੇ ਦਰਖਤਾਂ ਦਾ, ਬਬੂਲ ਦੇ ਦਰਖਤ ਜਿਹੜੇ ਨੇ ਕਿੱਕਰਾਂ ਦੇ, ਉਹ ਘਰ ਦੇ ਵਿਹੜੇ 'ਚ ਲਾ ਦੇਵੇ। ਤਰਕ ਸੁਦਾ ਕੋ ਹੋਏ ਸੁਰਾਪੀ। ਇਹ ਵਾਹਿਗੁਰੂ ਹਾਲਤ ਸਾਡੀ ਹੈ, ਤੇਰੇ ਨਾਮ ਭਜਨ ਨੂੰ ਛੱਡ ਕੇ ਅਸੀਂ ਕੱਚ ਵਿੱਚ ਲੱਗੇ ਹੋਏ ਹਾਂ। ਜਾਂ ਇਸ ਤਰ੍ਹਾਂ ਕਹਿ ਲਈਏ, ਅੰਮ੍ਰਿਤ ਤੇ ਕਿੰਤੂ ਕਰਦਾ ਹੈ ਔਰ ਸ਼ਰਾਬ ਪੀਣ ਵਾਸਤੇ ਉਤਸ਼ਾਹਤ ਹੋ ਜਾਂਦਾ ਹੈ। ਤਰਕ ਸੁਧਾ ਕੋ ਹੋਏ ਸੁਰਾਪੀ। ਸੁਧਾ ਤੇ ਤਰਕ, ਅੰਮ੍ਰਿਤ ਤੇ ਤਰਕ, ਤੇ ਅੰਮ੍ਰਿਤ ਤੇ ਤਰਕ ਕਰਕੇ ਸੁਰਾਪਾਨ ਕਰਨ ਲੱਗ ਪਵੇ। ਇਹ ਵੀ ਹਾਲਤ ਹੈ ਮਨੁੱਖਾਂ ਦੀ। ਤਦ ਚੰਦਨ ਗੈ ਬੰਸ ਸੰਤਾਪੀ। ਔਰ ਚੰਦਨ ਨੂੰ ਛੱਡ ਕੇ ਬਾਂਸ ਦੇ ਬੂਟਿਆਂ ਦੇ ਵਿੱਚ ਪ੍ਰੀਤ ਕਰੇ, ਜਿਹੜੇ ਦੁੱਖ ਦਿੰਦੇ ਆ ਬਾਂਸ ਦੇ ਬੂਟੇ। ਚੰਦਨ ਨੂੰ ਛੱਡ ਕੇ ਦੁੱਖ ਦੇਣ ਵਾਲੇ ਬਾਂਸਾਂ ਨਾਲ ਪ੍ਰੀਤ ਕਰੇ। ਇਹੋ ਜਿਹੇ ਮਨੁੱਖ ਨੇ ਕਲੀ ਕਾਲ ਵਿੱਚ। ਤਿੰਨ ਕੋ ਸੁਖ ਪ੍ਰਾਪਤ ਹੋਏ ਕੈਸੇ। ਇਹੋ ਜਿਹੇ ਬੰਦਿਆਂ ਨੂੰ ਕਦੇ ਸੁੱਖ ਮਿਲ ਸਕਦਾ ਜਿਹੜੇ ਉੱਪਰਲੇ ਕੰਮ ਕਰਨ, ਅੰਮ੍ਰਿਤ ਤੇ ਕਿੰਤੂ ਕਰਕੇ ਸ਼ਰਾਬ ਪੀਵਣ, ਘਰ ਚੋਂ ਕਲਪ ਬ੍ਰਿਛ ਪੁੱਟ ਕੇ ਤੇ ਕਿੱਕਰ ਲਾ ਦੇਣ, ਚਿੰਤਾ ਮਣੀਆਂ ਨੂੰ ਛੱਡ ਕੇ ਕੱਚ ਦੀਆਂ ਮਣੀਆਂ ਇਕੱਠੀਆਂ ਕਰ ਲੈਣ। ਇਹੋ ਜਿਹੇ ਬੰਦਿਆਂ ਨੂੰ ਕਦੇ ਭਲਾ ਸੁੱਖ ਮਿਲ ਸਕਦਾ? ਉਹ ਕਦੇ ਸੁਖੀ ਹੋ ਸਕਦੇ ਆ ਭਲਾ? ਸਤਿਗੁਰੂ ਗੁਰੂ ਨਾਨਕ ਸਾਹਿਬ ਪੁੱਛਦੇ ਹਨ, ਹਰ ਤਜ ਵਿਸ਼ੇ ਗੈਤ ਜੋ ਐਸੇ। ਇਸੇ ਤਰ੍ਹਾਂ ਜਿਹੜੇ ਹਰੀ ਦਾ ਭਜਨ ਛੱਡ ਕੇ ਵਿਸ਼ਿਆਂ ਨੂੰ ਗ੍ਰਹਿਣ ਕਰਦੇ, ਉਹ ਵੀ ਕਦੇ ਸੁਖੀ ਨਹੀਂ ਹੋ ਸਕਦੇ।
ਹਰੀ ਦਾ ਭਜਨ ਛੱਡ ਕੇ ਜਿਹੜੇ ਵਿਸ਼ਿਆਂ ਨੂੰ ਪ੍ਰੀਤ ਕਰਦੇ, ਵਿਸ਼ਿਆਂ 'ਚ ਰਚੇ ਹੋਏ ਨੇ, ਬਿਸਰੈ ਸਭਈ ਬੈਸ ਬਤੀਤੀ। ਰੱਬ ਨੂੰ ਵਿਸਾਰ ਕੇ ਉਹਨਾਂ ਦੀ ਸਾਰੀ ਜ਼ਿੰਦਗੀ ਬੀਤ ਗਈ। ਕਬੈ ਨ ਸੁਧ ਕੀਨੀ ਹਰ ਪ੍ਰੀਤੀ। ਉਹਨਾਂ ਨੇ ਕਦੇ ਵੀ ਹਰੀ ਨਾਲ ਪ੍ਰੀਤ ਨਹੀਂ ਕੀਤੀ, ਕਦੇ ਵੀ ਨਿਰੰਕਾਰ ਦੇ ਚਰਨਾਂ ਨਾਲ ਪ੍ਰੇਮ ਨਹੀਂ ਕੀਤਾ। ਸੁਨਤ ਮੁਲਾ ਨੇ ਕੇ ਮਨ ਮਾਈ। ਜਦੋਂ ਮੁੱਲਾ ਨੇ ਮਹਾਰਾਜ ਜੀ ਦੇ ਬਚਨ ਸੁਣੇ ਤੇ ਸੁਣ ਕੇ ਦੇ ਮਨ ਵਿੱਚ ਸ਼ਰਧਾ ਸੁਧ ਅਦ ਕੈ ਬਿਰਧਾਈ। ਸਤਿਗੁਰਾਂ ਪ੍ਰਤੀ ਸ਼ਰਧਾ ਹੋਰ ਵੱਧ ਗਈ, ਹੋਰ ਪ੍ਰੇਮ 'ਚ ਵਾਧਾ ਹੋ ਗਿਆ। ਬੋਲਿਓ ਬਚਨ ਬੰਦ ਕਰ ਦੋ। ਦੋਵੇਂ ਹੱਥ ਜੋੜ ਕੇ ਮੁਲਾਣੇ ਨੇ ਬੇਨਤੀ ਕੀਤੀ, ਸਤਿਗੁਰਾਂ ਨੂੰ ਕਹਿਣ ਲੱਗਾ, ਤੁਮਰੇ ਸਮਸਰ ਔਰ ਨ ਕੋ। ਮਹਾਰਾਜ ਤੁਹਾਡੇ ਸਮਸਾਰ, ਤੁਹਾਡੇ ਬਰਾਬਰ ਹੋਰ ਕੋਈ ਨਹੀਂ ਹੈ। ਮੂਰਤ ਪਾਕ ਅੱਲੇ ਪਲ ਕੀਨੀ। ਮਹਾਰਾਜ ਤੁਸੀਂ ਅੱਲਾ ਦੀ ਪਾਕ ਤੇ ਪਵਿੱਤਰ ਸੂਰਤ ਹੋ, ਅੱਲਾ ਦੀ ਪਾਕ ਤੇ ਪਵਿੱਤਰ ਮੂਰਤ ਹੋ ਗੁਰੂ ਨਾਨਕ ਸਾਹਿਬ ਜੀ। ਭਗਤ ਰੀਤ ਮੈਂ ਮਤ ਜੈ ਪੀਨੀ। ਭਗਤੀ ਦੀ ਰੀਤ ਵਿੱਚ ਤੁਹਾਡੀ ਮਤ ਭਿੱਜੀ ਹੋਈ ਹੈ, ਭਗਤੀ ਰੂਪ ਹੋ ਕੇ ਆਏ ਹੋ। ਸੁਨ ਸ਼੍ਰੀ ਨਾਨਕ ਉਚਰੇ ਬਚਨਾ। ਜਦੋਂ ਮੁੱਲਾ ਨੇ ਮਹਾਰਾਜ ਜੀ ਦੀ ਸਿਫਤ 'ਚ ਬੋਲ ਕਹੇ, ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ, ਗਰਭ ਹਰਨ ਕੀ ਜਿਨ ਮੈਂ ਰਚਨਾ। ਐਸੇ ਬੋਲ ਬੋਲੇ ਜਿਨ੍ਹਾਂ ਵਿੱਚ ਹੰਕਾਰ ਨੂੰ ਨਿਵਾਰ ਕੇ ਨਿਮਰਤਾ ਤੇ ਹਲੀਮੀ ਨੂੰ ਧਾਰਨ ਕਰਨ ਦਾ ਉਪਦੇਸ਼ ਹੈ। ਸ਼੍ਰੀ ਮੁਖ ਬਾਕ ਬਦ ਬਖਤ ਹਮ ਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ। ਏ ਵਾਹਿਗੁਰੂ, ਬਦ ਬਖਤ ਬੇਨਤੀ ਕਰਦੇ, ਬਦ ਬਖਤ ਮਾੜੇ ਭਾਗ ਨੇ ਮੇਰੇ ਮਹਾਰਾਜ। ਬਦ ਬਖਤ ਕਹਿੰਦੇ ਮਾੜੇ ਭਾਗ। ਬਦ ਬਖਤ ਹਮ ਚੋ ਬਖੀਲ, ਮਹਾਰਾਜ ਬਖੀਲੀ ਦੇ ਨਾਲ ਭਰੇ ਹੋਏ, ਈਰਖਾ ਦੇ ਭਾਂਬੜ ਉਹ ਵੀ ਮੇਰੇ ਹਿਰਦੇ 'ਚ ਮਚਦੇ। ਗਾਫਲ, ਰੱਬ ਤੋਂ ਗਾਫਲ ਹੋਏ, ਪਰਮੇਸ਼ਰ ਤੋਂ ਮੁਨਕਰ ਹੋਏ ਹਾਂ। ਬੇਨਜ਼ਰ, ਬੇਨਜ਼ਰ ਦਾ ਮਤਲਬ ਹੁੰਦਾ ਵੀ ਸੱਚ ਦੇ ਉੱਤੇ ਨਿਗਾਹ ਨਹੀਂ ਹੈ, ਭੈੜੀਆਂ ਥਾਵਾਂ ਤੇ ਨਿਗਾਹ ਟਿਕਦੀ ਹੈ ਜਾ ਕੇ, ਮੇਰੇ ਕੋਲ ਚੱਜ ਦੀ ਨਜ਼ਰ ਨਹੀਂ ਹੈ। ਬੇਬਾਕ, ਨਿਡਰ ਹੋਇਆ ਫਿਰਦਾ। ਬੇਬਾਕ ਦਾ ਮਤਲਬ ਨਿਡਰਿਆ, ਡਰਦਾ ਹੀ ਨਹੀਂ, ਰੱਬ ਦਾ ਕੋਈ ਖੌਫ ਹੀ ਨਹੀਂ। ਹੇ ਵਾਹਿਗੁਰੂ, ਮੇਰੀ ਇਹੋ ਜੀ ਹਾਲਤ ਹੈ। ਨਾਨਕ ਬਗੋਇਦ ਜਨ ਤੋਰਾ ਤੇਰੇ ਚਾਕਰਾਂ ਪਾ ਖਾਕ। ਨਾਨਕ ਸਾਹਿਬ ਬਗੋਇਦ ਬੋਲਦੇ ਹਨ। ਆਹਾ, ਨਾਨਕ ਬਗੋਇਦ, ਗੁਰੂ ਨਾਨਕ ਸਾਹਿਬ ਬਗੋਇਦ ਬੋਲਦੇ ਨੇ। ਜਨ ਤੋਰਾ, ਵਾਹਿਗੁਰੂ ਜਿਹੜੇ ਤੇਰੇ ਜਨ ਨੇ, ਤੇਰੇ ਪਿਆਰੇ ਨੇ, ਤੇਰੇ ਸੇਵਕ ਨੇ, ਉਹਨਾਂ ਚਾਕਰਾਂ ਦੇ ਚਰਨਾਂ ਦੀ ਮੈਂ ਖਾਕ ਹੋ ਜਾਵਾਂ, ਇਹ ਮੇਰੀ ਬੇਨਤੀ ਹੈ। ਤੇਰੇ ਚਾਕਰਾਂ ਪਾ ਖਾਕ, ਵਾਹਿਗੁਰੂ ਜਿਹੜੇ ਤੇਰੇ ਚਾਕਰ ਨੇ, ਤੇਰੇ ਪਿਆਰੇ ਨੇ, ਤੇਰੇ ਜਨ ਨੇ, ਮੈਂ ਉਹਨਾਂ ਦੇ ਚਰਨਾਂ ਦੀ ਖਾਕ ਹੋ ਜਾਵਾਂ, ਉਹਨਾਂ ਦੇ ਚਰਨਾਂ ਦੀ ਧੂੜੀ ਹੋ ਜਾਵਾਂ, ਇਹ ਮੇਰੀ ਬੇਨਤੀ ਹੈ। ਚੋਪਈ ਰਤ ਰੰਗੇ ਸਤ ਸੰਗ ਸਮਾਜੋ। ਜਿਹੜੇ ਰੱਬ ਦੇ ਰੰਗਾਂ ਵਿੱਚ ਰੰਗਿਆ ਹੋਇਆ ਮਹਾਂਪੁਰਸ਼ਾਂ ਦਾ ਸਤ ਸੰਗ ਸਮਾਜ ਹੈ। ਸਿਮਰਨ ਬਿਨਾ ਅਨੰਤ ਨੇ ਕਾਜੋ। ਇਹਨਾਂ ਨੂੰ ਰੱਬ ਦੇ ਸਿਮਰਨ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ। ਉਹ ਕਹਿੰਦੇ ਸਾਨੂੰ ਹੋਰ ਕੰਮ ਦਾ ਟਾਈਮ ਹੀ ਨਹੀਂ ਜੀ ਸਾਡੇ ਕੋਲ, ਪਰਮੇਸ਼ਰ ਦੇ ਭਜਨ ਤੋਂ ਬਿਨਾ ਹੋਰ ਕੰਮ ਹੀ ਨਹੀਂ ਹੈ ਜਿਨ੍ਹਾਂ ਦਾ ਕੋਈ ਰੱਬ ਰੱਬ ਕਰੇ ਬਿਨਾ। ਤਨ ਮਨ ਸੌਂਪ ਦੀਨ ਨਿਜ ਸਾਈਂ। ਜਿਨ੍ਹਾਂ ਨੇ ਆਪਣਾ ਤਨ ਮਨ ਆਪਣੇ ਸਾਈਂ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ, ਆਪਣਾ ਤਨ ਮਨ ਆਪਣੇ ਮਾਲਕ ਦੇ ਚਰਨਾਂ ਵਿੱਚ, ਸਵਾਮੀ ਦੇ ਚਰਨਾਂ 'ਚ ਅਰਪਣ ਕਰ ਦਿੱਤਾ। ਚਾਕਰ ਪਏ ਏਕ ਲਿਵ ਲਾਈ। ਜਿਹੜੇ ਇੱਕ ਨਾਲ ਲਿਵ ਲਾ ਕੇ ਨਿਰੰਕਾਰ ਦੇ ਚਰਨਾਂ ਦੇ ਚਾਕਰ ਹੋ ਗਏ ਹਨ, ਵਾਹਿਗੁਰੂ ਦੇ ਘਰ ਦੇ ਚਾਕਰ ਹੋ ਗਏ ਹਨ। ਤਿਨ ਕੇ ਪਦ ਪੰਕਜ ਮੈਂ ਧੂਰੀ। ਮੈਂ ਉਹਨਾਂ ਦੇ ਚਰਨਾਂ ਦੇ ਚਰਨ ਕਮਲਾਂ ਦੀ ਧੂੜੀ ਹਾਂ, ਉਹਨਾਂ ਦੇ ਚਰਨਾਂ ਦੀ ਰੇਣ ਹਾਂ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ।
ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਮੈਂ ਧੂੜ ਹਾਂ। ਗੁਣ ਨਾ ਏਕ ਔਗੁਣ ਬਹੁ ਪੂਰੀ। ਵਾਹਿਗੁਰੂ ਮੇਰੇ 'ਚ ਇੱਕ ਵੀ ਗੁਣ ਨਹੀਂ, ਮੈਂ ਔਗਣਾਂ ਨਾਲ ਭਰਿਆ ਹੋਇਆ, ਗੁਨਾਹਾਂ ਨਾਲ ਭਰਿਆ ਹੋਇਆ, ਖਾਮੀਆਂ ਨਾਲ ਭਰਿਆ ਹੋਇਆ, ਬਦ ਬਖਤ ਹਾਂ। ਕਰੁਣਾ ਕਰ ਸਾਧੋ। ਹੇ ਵਾਹਿਗੁਰੂ ਤੂੰ ਕਿਰਪਾ ਕਰ, ਤੂੰ ਕਿਉਂਕਿ ਕਰੁਣਾ ਦਾ ਸਮੁੰਦਰ ਹੈ, ਤੂੰ ਕਰੁਣਾ ਦਾ ਅਥਾਹ ਮਾਲਕ ਹੈ। ਬਖਸ਼ੇ ਮੈਂ ਜੋ ਗਰਵ ਅਪਰਾਧੋ। ਮੈਂ ਜੋ ਵੱਡਾ ਅਪਰਾਧੀ ਹਾਂ ਮਹਾਰਾਜ, ਵੱਡੇ ਅਪਰਾਧੀ ਨੂੰ ਤੁਸੀਂ ਕਿਰਪਾ ਕਰਕੇ ਬਖਸ਼ੰਦ ਸਾਹਿਬ ਹੋ ਕੇ ਬਖਸ਼ਣ ਵਾਲੇ ਹੋ। ਅਧਿਕ ਨਮਰਤਾ ਕੇ ਸੁਨ ਬੈਨਾ। ਅਧਿਕ ਬਿਨਮਰਤਾ ਸਹਿਤ ਬੋਲੇ ਹੋਏ ਬੋਲ ਸੁਣ ਕੇ ਭਾਈ ਮੁਲਾਨੇ ਕੇ ਮਨ ਚੈਨਾ। ਮੁੱਲਾ ਜੀ ਦਾ ਮਨ ਬਿਲਕੁਲ ਚੈਨ ਸਹਿਤ ਸ਼ਾਂਤ ਹੋ ਗਿਆ। ਸਤਿਗੁਰਾਂ ਦੇ ਨਿਮਰਤਾ ਭਰੇ ਬੋਲ ਜਦੋਂ ਸੁਣੇ ਤਾਂ ਮੁੱਲਾ ਜੀ ਦਾ ਮਨ ਚੈਨ ਸਹਿਤ ਹੋ ਗਿਆ। ਹੋਏ ਕਰ ਦੀਨ ਜੋਰ ਜੋਗੇ ਹਾਥਾ। ਦੀਨ ਹੋ ਗਿਆ ਮੁੱਲਾ, ਦੋਵੇਂ ਹੱਥ ਜੋੜ ਕੇ ਕਹਿਓ ਮੋਏ ਅਬ ਕਰੋ ਸਨਾਥਾ। ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਕੇ ਮੱਥਾ ਟੇਕ ਕੇ ਕਹਿੰਦਾ, ਮੁੱਲਾ ਮੇਰੇ ਤੇ ਕਿਰਪਾ ਕਰੋ, ਮੈਨੂੰ ਸਨਾਥ ਕਰ ਲਓ ਮਹਾਰਾਜ, ਮੈਂ ਅਨਾਥ ਹਾਂ, ਮੈਂ ਅਨਾਥ ਨੂੰ ਸਨਾਥ ਕਰ ਲਓ ਗਰੀਬ ਨਵਾਜ। ਪੰਡਤ ਜੀ ਨੇ ਕਿਹਾ ਸੀ, ਹਰਦਿਆਲ ਜੀ ਨੇ, ਇਹਨਾਂ ਨੂੰ ਮੁਸਲਮਾਨ ਵੀ ਪੂਜਣਗੇ, ਇਹਨਾਂ ਨੂੰ ਹਿੰਦੂ ਵੀ ਨਮਸਕਾਰ ਕਰਨਗੇ। ਸੱਚ ਹੋ ਰਹੇ ਨੇ ਬਚਨ। ਮੁੱਲਾ ਮਹਾਰਾਜ ਜੀ ਦੇ ਚਰਨਾਂ ਤੇ ਟੱਠ ਕੇ ਨਮਸਕਾਰ ਕਰਦਾ ਹੈ, ਮਹਾਰਾਜ ਮੈਨੂੰ ਸਨਾਥ ਕਰ ਲਵੋ। ਛਿਮੋ ਬਚਨ ਜੋ ਸਨਮੁਖ ਭਾਖੇ। ਮੈਂ ਜੋ ਤੁਹਾਡੇ ਸਾਹਮਣੇ ਬੋਲ ਬੈਠਾ, ਮਹਾਰਾਜ ਛਿਮਾ ਕਰ ਦਿਓ, ਛਿਮਾ ਕਰ ਦਿਓ ਕਿ ਮੈਂ ਤੁਹਾਡੇ ਸਨਮੁਖ ਬੋਲਿਆ ਹਾਂ। ਹੋ ਅਨਜਾਨ ਢੀਠ ਤਾ ਰਾਖੇ। ਮੈਂ ਅਣਜਾਣ ਹਾਂ, ਢੀਠ, ਆਪਣੀ ਬਿਰਤੀ ਵਿੱਚ ਢੀਠ ਪੁਣਾ ਰੱਖਿਆ ਹੋਇਆ ਹੈ। ਜੋ ਤੁਮਰੇ ਮਨ ਨਿਸ਼ਚਾ ਗੂੜਾ। ਤੁਹਾਡੇ ਮਨ 'ਚ ਜੋ ਪਰਪੱਕ ਗੂੜਾ ਨਿਸ਼ਚਾ ਹੈ। ਕੋ ਲਖ ਸਕੇ ਜਗਤ ਨਰ ਮੂੜਾ। ਕਿਹੜਾ ਐਸਾ ਮਨੁੱਖ ਮੂਰਖ ਜਿਹੜਾ ਤੁਹਾਡੇ ਗੂੜ ਭੇਦ ਨੂੰ, ਗੂੜ ਰਹੱਸ ਨੂੰ ਜਾਣ ਸਕੇ? ਨਹੀਂ ਜਾਣਿਆ ਜਾ ਸਕਦਾ ਮਹਾਰਾਜ ਤੁਹਾਡੇ ਅੰਦਰ ਦੇ ਗੁੱਝੇ ਭੇਦ ਨੂੰ। ਚਰਨ ਸ਼ਰਨ ਮੈਂ ਕੀਨੋ ਪਰਨਾ। ਮਹਾਰਾਜ ਮੈਂ ਤੁਹਾਡੇ ਚਰਨਾਂ ਕਮਲਾਂ ਦੀ ਸ਼ਰਨ ਦਾ ਪਰਨਾ ਆਸਰਾ ਲੈ ਲਿਆ। ਮੈਂ ਤੁਹਾਡੇ ਚਰਨਾਂ ਦੀ ਟੇਕ ਆਪਣੇ ਹਿਰਦੇ 'ਚ ਧਾਰਨ ਕਰ ਲਈ ਹੈ। ਹਰੋ ਮੋਏ ਜਗ ਜਨਮ ਜੋ ਮਰਨਾ। ਮਹਾਰਾਜ ਮੇਰਾ ਹਰ ਲਵੋ, ਕੀ ਜਨਮ ਤੇ ਮਰਨ ਹਰ ਲਵੋ। ਸਾਹਿਬ ਮੇਰਾ ਜਨਮ ਤੇ ਮਰਨ ਨਿਵਾਰ ਦਿਓ। ਬਿਰਦਨ ਤੇ ਤੁਮ ਬ੍ਰਿਧ ਵਡੇਰੇ। ਵੱਡਿਆਂ ਤੋਂ ਵੱਡੇ ਹੋ, ਕਿੰਨਿਆਂ ਤੋਂ ਵੱਡੇ? ਦੋਆਂ ਚਾਰਾਂ ਪੰਜਾਂ ਤੋਂ? ਪੰਜਵੇਂ ਪਾਤਸ਼ਾਹ ਕਹਿੰਦੇ ਨਹੀਂ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮਹਾਰਾਜ ਤੁਸੀਂ ਸਭ ਤੋਂ ਵੱਡੇ, ਵੱਡਿਆਂ ਤੋਂ ਵੱਡੇ ਹੋ। ਕਰ ਉਪਦੇਸ਼ ਕਟੋ ਦੁੱਖ ਮੇਰੇ। ਇਹ ਪਾਤਸ਼ਾਹ ਮੈਨੂੰ ਉਪਦੇਸ਼ ਦੇ ਕੇ ਆਪਣਾ ਪਵਿੱਤਰ ਮੇਰੇ ਦੁੱਖ ਕੱਟ ਦਿਓ, ਮੇਰੇ ਦੁੱਖ ਨਿਵਾਰ ਦਿਓ। ਦੀਨ ਬੰਦੋ ਦੁੱਖ ਦਲਨ ਦਇਆ ਨਿਧ। ਇਹ ਦੁੱਖਾਂ ਨੂੰ ਨਿਵਾਰਨੇ ਵਾਲੇ ਸਾਹਿਬ ਕਿਰਪਾ ਕਰੋ। ਦੀਨਾ ਬੰਧੂ ਮੇਰੇ ਦਰਦ ਨਿਵਾਰ ਦਿਓ, ਮੇਰੇ ਦੁੱਖ ਨਿਵਾਰ ਦਿਓ। ਬਚਨ ਅਧੀਨ ਸੁਨੇ ਜਬ ਅਸਬਿਦ। ਜਦੋਂ ਮੁੱਲਾ ਨੇ ਦੀਨ ਹੋ ਕੇ ਸਾਹਿਬ ਦੇ ਚਰਨਾਂ 'ਚ ਇਸ ਤਰ੍ਹਾਂ ਬੇਨਤੀ ਕੀਤੀ, ਗਰੀਬ ਨਵਾਜ ਦਇਆਨੰਦ ਸਵਾਮੀ ਜੀ ਨੇ ਸੁਣੀ। ਦਇਆ ਦ੍ਰਿਸ਼ਟ ਦੇਖੀ ਸੁਖਦਾਨੀ। ਦਇਆ ਭਰੀ ਦ੍ਰਿਸ਼ਟੀ ਨਾਲ ਮੁੱਲਾਂ ਵੱਲ ਵੇਖਿਆ। ਐਸੀ ਦ੍ਰਿਸ਼ਟੀ ਜਿਹੜੀ ਸੁੱਖਾਂ ਦੀ ਖਾਣ ਹੈ। ਜਿਸ ਦ੍ਰਿਸ਼ਟੀ 'ਚ ਸੁੱਖ ਹੀ ਸੁੱਖ ਨੇ, ਉਸ ਸੁੱਖਾਂ ਭਰੀ ਸਵੱਲੀ ਨਿਗਾਹ ਨਾਲ ਮੁੱਲਾਂ ਵੱਲ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵੇਖਿਆ। ਮ੍ਰਿਦੁਲ ਮధుਰ ਬੋਲੇ ਮੁਖ ਬਾਣੀ। ਔਰ ਮੁਖੋਂ ਬੜੇ ਮਿਰਦੁਲ ਮਿੱਠੇ ਤੇ ਕੋਮਲ ਬਾਣੀ ਬੋਲੇ, ਬਚਨ ਕਹੇ। ਮਨ ਕੰਚਨ ਜਗ ਸਿਕਤਾ ਮਾਈ। ਆਖਿਆ ਮੁੱਲਾ ਜੀ ਮਨ ਸੋਨਾ ਹੈ, ਸੋਨੇ ਦੇ ਕਣ ਬਣ ਕੇ
ਇਹ ਸੰਸਾਰ ਰੂਪੀ ਜੱਗ ਜਿਹੜੀ ਰੇਤਾ ਉਹਦੇ ਚ ਮਿਲਿਆ ਹੋਇਆ। ਸੋਨੇ ਦੇ ਨਿੱਕੇ ਨਿੱਕੇ ਜਦੋਂ ਬਿਲਕੁਲ ਬਰੀਕ ਜੇ ਟੁਕੜੇ ਹੋ ਜਾਂਦੇ ਆ ਨਾ, ਤੇ ਉਹ ਜਦੋਂ ਰੇਤਾ ਚ ਮਿਲ ਜਾਂਦਾ, ਫਿਰ ਸੁਨਿਆਰੇ ਦੀ ਦੁਕਾਨ ਵਿੱਚ ਮਿਲ ਜਾਂਦਾ, ਉਹਦੇ ਕੋਲ ਡਾਵਲਾ ਹੁੰਦਾ ਸੁਨਿਆਰੇ ਕੋਲ, ਉਸ ਡਾਵਲੇ ਨਾਲ ਉਹ ਸਾਰਾ ਸੋਨਾ ਇਕੱਠਾ ਕਰਕੇ ਰੇਤ ਚ ਵੱਖਰਾ ਕਰ ਲੈਂਦਾ। ਪਾਤਸ਼ਾਹ ਕਹਿੰਦੇ ਮੁੱਲਾ ਇਹ ਮਨ ਸੋਨਾ, ਔਰ ਇਹ ਜਗਤ ਰੇਤਾ ਹੈ। ਜਗਤ ਦੀ ਇਸ ਰੇਤ ਵਿੱਚ ਇਹ ਮਨ ਰੂਪੀ ਸੋਨਾ ਬੜਾ ਗਹਿਰਾ ਮਿਲਿਆ ਹੋਇਆ। ਹਾਂਜੀ, ਬੀਨ ਬੀਨ ਇਕੱਠੇ ਕਰ ਤਾਈ, ਇਹਨੂੰ ਇੱਕ ਇੱਕ ਜਗ੍ਹਾ ਤੋਂ ਚੁਣ ਚੁਣ ਕੇ ਇਕੱਠਾ ਇੱਕ ਥਾਂ ਤੇ ਕਰਨਾ ਪੈਣਾ। ਇੱਕੋ ਵੇਰੀ ਨਹੀਂ ਸਾਰਾ ਇਕੱਠਾ ਹੋ ਜਾਂਦਾ, ਇੱਕ ਇੱਕ ਕਣ ਚੁੱਕਣਾ ਪੈਣਾ, ਇੱਕ ਇੱਕ ਜਗ੍ਹਾ ਤੋਂ ਇਹਨੂੰ ਚੁੱਕਣਾ ਪੈਣਾ। ਜਿੱਥੇ ਜਿੱਥੇ ਟਿਕਿਆ ਹੋਇਆ ਨਾ, ਜਿੱਥੇ ਜਿੱਥੇ ਮਿਲਿਆ ਉੱਥੋਂ ਉੱਥੋਂ ਪ੍ਰਾਮ ਕਰਨਾ ਪੈਣਾ, ਉੱਥੋਂ ਉੱਥੋਂ ਇਕੱਠਾ ਕਰਕੇ ਚੁੱਕ ਕੇ ਤਪ ਅਗਨੀ ਮੈਂ ਭਗਤ ਕੁਠਾਲੀ, ਫਿਰ ਥੱਲੇ ਤਪੱਸਿਆ ਦੀ ਅੱਗ ਬਾਲ ਕੇ ਉੱਤੇ ਭਗਤੀ ਦੀ ਕੁਠਾਲੀ ਵਿੱਚ ਫਿਰ ਇਹਨੂੰ ਪਾਉਣਾ, ਤਾਂ ਜੋ ਸ਼ੁੱਧ ਹੋ ਜਾਏ, ਇਹਦੇ ਚੋਂ ਖੋਟ ਨਿਕਲ ਜਾਏ, ਇਹਦੇ ਚੋਂ ਮੈਲ ਨਿਕਲ ਜਾਏ। ਵਿਸ਼ੇ ਮੈਲ ਹੱਥ ਲਿਓ ਤੈਂ ਗਾਲੀ, ਵਿਸ਼ਿਆਂ ਤੇ ਵਿਕਾਰਾਂ ਦੀ ਮੈਲ ਜਿਹੜੀਆਂ ਨੂੰ ਗਾਲ ਕੇ ਪਾਸੇ ਕਰ ਦੇਣਾ, ਤੇ ਮਨ ਰੂਪੀ ਸੋਨਾ ਬਿਲਕੁਲ ਸ਼ੁੱਧ ਇਕੱਠਾ ਕਰਕੇ ਉਹਦੀ ਡਲੀ ਵੱਖਰੀ ਬਣਾ ਲੈਣੀ ਹੈ। ਅਲੰਕਾਰ ਕਰ ਸਰਲ ਅਧੀਰਾ, ਤੇ ਕਹਿੰਦੇ ਉਹਦੇ ਗਹਿਣੇ ਬਣਾਉਣੇ। ਕਿਹੜੇ ਗਹਿਣੇ? ਸਰਲ ਚਿੱਤ ਹੋ ਜਾਣਾ, ਧੀਰਜ ਸਹਿਤ ਹੋ ਜਾਣਾ। ਇਹ ਗਹਿਣੇ ਬਣ ਗਏ ਦੇ ਸੋਨੇ ਦੇ। ਤੈ ਮੈਂ ਜਟੋ ਨਾਮ ਹਰ ਹੀਰਾ, ਜਦੋਂ ਇਹ ਸੋਨਾ ਬਣ ਗਿਆ ਨਾ, ਗਹਿਣਾ ਬਣ ਗਿਆ ਧੀਰਜ ਦਾ, ਸਰਲਤਾ ਦਾ, ਸੋਨਾ ਗਹਿਣਾ ਬਣ ਗਿਆ। ਕਹਿੰਦੇ ਫਿਰ ਉਸ ਗਹਿਣੇ ਦੇ ਵਿੱਚ ਨਾਮ ਰੂਪੀ ਹੀਰਾ ਜੜ ਦਿਓ, ਹੋਰ ਕੀਮਤੀ ਹੋ ਜਾਏਗਾ। ਫਿਰ ਉਹਦੇ ਵਿੱਚ ਨਾਮ ਰੂਪੀ ਹੀਰਾ ਜੜ ਦਿਓ ਮੁੱਲਾ ਜੀ। ਔਰ ਪਹਿਰਾਵੋ ਪਰਮ ਪਵਿੱਤਰਾ, ਜਦੋਂ ਗਹਿਣਾ ਬਣ ਜਾਏ ਫਿਰ ਗਲ ਚ ਪਾ ਲਓ, ਯਾਨੀ ਕਿ ਕੰਠ ਦੁਆਰਾ ਵਾਹਿਗੁਰੂ ਵਾਹਿਗੁਰੂ, ਇਹ ਗਲ ਚ ਪਾਉਣਾ। ਕਹਿੰਦੇ ਜਦੋਂ ਇਸ ਨੂੰ ਕੰਠ ਵਿੱਚ ਗਲ ਚ ਪਾ ਲਓਗੇ ਤੇ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਸੋਭਾ ਹੋਵੇਗੀ। ਸ਼ੋਭਾ ਲੋਕਨ ਉਬੈ ਬਚਿਤਰਾ, ਦੋਹਾਂ ਜਹਾਨਾਂ ਚ ਬਚਿੱਤਰ ਸੋਭਾ ਹੋਵੇਗੀ, ਅਦਭੁਤ ਸੋਭਾ ਹੋਵੇਗੀ। ਸਤਨਾਮ ਇੱਕ ਚਿਤ ਲਿਵ ਲਾਈ, ਇੱਕ ਚਿਤ ਲਿਵ ਲਾ ਕੇ ਸੱਚਾ ਨਾਮ ਜਪਣਾ। ਜਪੋ ਦੇਹ ਅਭਿਮਾਨ ਗਵਾਈ, ਔਰ ਜਪ ਜਪ ਕੇ ਆਪਣੀ ਦੇਹ ਦਾ ਅਪਮਾਨ, ਸਰੀਰ ਦਾ ਅਪਮਾਨ ਤਿਆਗਣਾ। ਸਤ ਸੰਗਤ ਕੀ ਸੇਵ ਅਪੰਗਾ, ਔਰ ਸਤ ਸੰਗਤ ਦੀ ਸੇਵਾ ਕਰਨੀ ਅਭੰਗ ਬਿਨਾ ਨਾਗਾ। ਕਰੋ ਸੁਖਦ ਨਿਤ ਸੰਗੇ ਉਮੰਗਾ, ਔਰ ਚਾਅ ਨਾਲ ਸੇਵਾ ਕਰਨੀ ਆ, ਉਮੰਗ ਨਾਲ ਸੇਵਾ ਕਰਨੀ ਆ ਗੁਰਮੁਖਾਂ ਦੀ, ਸਤਸੰਗੀਆਂ ਦੀ। ਬਚਨ ਆਯੁਧ ਕੇ ਸੰਗ ਮੁਲਾਨਾ, ਕਹਿੰਦੇ ਮਹਾਰਾਜ ਜੀ ਦੇ ਬਚਨਾਂ ਰੂਪੀ ਸ਼ਸਤਰਾਂ ਨਾਲ ਮੁਲਾਣਾ। ਕਾਇਲ ਪਾ ਤਨ ਸੁਧ ਬਿਸਰਾਨਾ, ਮੁਲਾਣਾ ਕਾਇਲ ਹੋ ਗਿਆ ਗੁਰੂ ਸਾਹਿਬ ਦੇ ਬਚਨਾਂ ਨੂੰ। ਸੂਰਮੇ ਸਤਿਗੁਰਾਂ ਨੇ ਬਚਨ ਵਾਏ ਨੇ ਨਾ, ਬਾਣ। ਕਹਿੰਦੇ ਕਾਇਲ ਹੋ ਗਿਆ ਮੁਲਾਣਾ, ਬੇਸੁੱਧ ਹੋ ਗਿਆ, ਜ਼ਖਮੀ ਹੋ ਗਿਆ। ਅਤ ਤੀਖਨ ਸੋ ਭਿਦ ਗਿਓ ਮਰਮੋ, ਕਹਿੰਦੇ ਬੜਾ ਤਿੱਖਾ ਤੀਰ ਸੀ, ਮਰਮ ਚ ਕਲੇਜੇ ਚ ਵੱਜ ਕੇ ਵਿੰਨ ਗਿਆ। ਅੰਤਰ ਵੇਦਨ ਪੈਦਾ ਹੋ ਗਈ ਮੁੱਲਾ ਜੀ ਦੇ। ਛਿਦੇ ਅੰਗ ਹਉਮੈ ਸੰਗ ਪਰਮੋ, ਕਹਿੰਦੇ ਜਿਹੜਾ ਭਰਮ ਸੀ ਅੰਦਰ ਨਾ, ਉਹ ਭਰਮ ਦਾ ਅੰਗ ਕੱਟ ਕੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਰੂਪੀ ਸ਼ਸਤਰ ਨਾਲ ਮਹਾਰਾਜ ਜੀ ਨੇ ਦੂਰ ਕਰ ਦਿੱਤਾ। ਜਗ ਤੇ ਆਸਾਰ ਜਾਨ ਦੁਖ ਖਾਨੀ, ਮੁੱਲਾ ਨੇ ਜਾਣ ਲਿਆ ਇਹ ਜਗਤ ਆਸਾਰ ਹੈ, ਦੁਖਦਾਨੀ ਹੈ। ਸ਼੍ਰੀ ਗੁਰ ਕੀ ਮਹਿਮਾ ਪਹਿਚਾਨੀ, ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਪਛਾਣ ਲਿਆ। ਬੰਦ ਹਾਥ ਦੋ ਕਰੀ ਸੋ ਬੰਦਨ, ਦੋਵੇਂ ਹੱਥ ਜੋੜ ਕੇ ਬੰਦਨਾ ਕੀਤੀ। ਤੁਮ ਕੀਏ ਮਮ ਅਗਿਆਨ ਨਿਕੰਦਨ, ਮਹਾਰਾਜ ਤੁਸੀਂ ਮੇਰੇ ਅਗਿਆਨ ਨੂੰ ਕੱਟ ਦਿੱਤਾ। ਪੂਰਨ ਪੁਰਖ ਰੂਪ ਹਰ ਸਾਧੂ, ਪੂਰਨ ਪੁਰਖ ਅਚੁੱਤ ਅਬਨਾਸੀ ਹੋ। ਨਰਨ ਉਧਾਰੋ ਬੁੱਧੇ ਅਗਾਧੂ, ਇਹ ਗੁਰੂ ਨਾਨਕ ਸਾਹਿਬ ਤੁਸੀਂ ਨਰਾਂ ਦਾ ਉਧਾਰ ਕਰਨ ਵਾਲੇ ਅਗਾਧ ਬੁੱਧੀ ਦੇ ਮਾਲਕ ਹੋ। ਕਮਲ ਬਦਨ ਜੋ ਤੁਮ ਉਰੇ ਆਵੇ, ਮਹਾਰਾਜ ਜਿਵੇਂ ਤੁਹਾਡੇ ਮਨ ਵਿੱਚ ਆਵੇ ਤਸ ਬਿਦ ਕਰੋ ਨਾ ਕੋ ਉਲਟਾਵੇ। ਤੁਸੀਂ ਉਸੇ ਤਰ੍ਹਾਂ ਕਰੋ, ਤੁਹਾਨੂੰ ਕੋਈ ਨਹੀਂ ਰੋਕੇਗਾ, ਉਲਟਾਵੇਗਾ। ਮੈਂ ਅਬ ਸੁਨਿਓ ਜੋ ਤੁਮ ਉਪਦੇਸ਼ੋ, ਮੈਂ ਜੋ ਇਸ ਵੇਲੇ ਤੁਹਾਡਾ ਉਪਦੇਸ਼ ਸੁਣਿਆ। ਜਪੋ ਨਾਮ
ਤਜ ਜਗਤ ਕਲੇਸ਼ੂ। ਜਗਤ ਦੇ ਕਲੇਸ਼ ਨੂੰ ਛੱਡ ਕੇ ਹੁਣ ਬਹਿ ਕੇ ਰੱਬ ਰੱਬ ਕਰਾਂਗਾ, ਭਜਨ ਕਰਾਂਗਾ। ਅਸ ਕੈ ਗਮਨਿਓ ਧਾਮ ਮੁਲਾਨਾ। ਇਹ ਤਾਂ ਕਹਿ ਕੇ ਮੁੱਲਾ ਨਾਮ ਜਪਦਾ ਜਪਦਾ ਘਰ ਚਲਾ ਗਿਆ। ਨਹਿ ਕੈ ਸੋ ਤੈ ਬਚਨ ਬਖਾਨਾ। ਉਹ ਨਹੀਂ ਫਿਰ ਮੁੜ ਕੇ ਕਿਸੇ ਨਾਲ ਕੁਝ ਬੋਲਿਆ, ਕੀ ਗੱਲਾਂ ਹੋਈਆਂ। ਪਰਮੇਸ਼ਰ ਦਿਸ਼ ਪ੍ਰੀਤ ਸੁਜਾਗੀ। ਮੁੱਲਾਂ ਦੇ ਮਨ 'ਚ ਰੱਬ ਦੀ ਪ੍ਰੀਤ ਜਾਗ ਪਈ। ਵਿਖਿਅਨ ਤਿਆਗ ਏਕ ਲੇਵ ਲਾਗੀ। ਵਿਸ਼ਿਆਂ ਨੂੰ ਛੱਡ ਕੇ ਇੱਕ ਨਾਲ ਲਿਵ ਲੱਗ ਗਈ। ਜੀਵਤ ਜਪਤ ਰਿਓ ਸੋ ਨਾਮੋ। ਜਿੰਨਾ ਚਿਰ ਮੁੱਲਾਂ ਜੀ ਜਿਉਂਦੇ ਰਹੇ ਭਜਨ ਕਰਦੇ ਰਹੇ। ਅੰਤ ਕਾਲ ਗਮਨਿਓ ਹਰ ਧਾਮ। ਔਰ ਅੰਤ ਕਾਲ ਪਰਮੇਸ਼ਰ ਦੇ ਘਰ ਪਹੁੰਚ ਕੇ, ਨਿਰੰਕਾਰ ਦੇ ਘਰ ਪਹੁੰਚ ਕੇ ਨਿਰੰਕਾਰ ਦੇ ਚਰਨਾਂ ਵਿੱਚ ਭੇਦ ਹੋ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਗੁਰਤਾ ਗੱਦੀ ਦਿਵਸ ਦੀਆਂ ਇੱਕ ਵਾਰ ਫੇਰ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ, ਕੱਲ ਸਮਾਣਾ ਫਤਿਹ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ 11 ਤਰੀਕ ਨੂੰ, ਉਹਦੇ ਸੰਬੰਧ ਵਿੱਚ ਦੋਦੜਾ ਪਾਤਸ਼ਾਹੀ 9ਵੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸਥਾਨ ਹੈ ਸਮਾਣੇ ਦੇ ਨੇੜੇ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਪੜਾਅ ਕੀਤਾ ਸੀ। ਉੱਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਮਾਣੇ ਵੱਲ ਕੂਚ ਕਰਕੇ ਸਮਾਣਾ ਫਤਿਹ ਕੀਤਾ ਸੀ। ਉਹ ਦਿਨ ਮਨਾਉਂਦਿਆਂ ਫਤਿਹ ਮਾਰਚ ਕੱਲ ਸਵੇਰੇ 9 ਵਜੇ ਗੁਰਦੁਆਰਾ ਦੋਦੜਾ ਸਾਹਿਬ ਪਾਤਸ਼ਾਹੀ 9ਵੀਂ ਤੋਂ ਫਤਿਹ ਮਾਰਚ ਆਰੰਭ ਹੋਵੇਗਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਬਖਸ਼ੇ ਹੋਏ ਨਿਸ਼ਾਨ ਤੇ ਨਗਾਰੇ ਜੋ ਮਹਾਰਾਜ ਜੀ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਬਾਬਾ ਵਿਨੋਦ ਸਿੰਘ ਹੋਣਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਕੇ ਭੇਜੇ ਸਨ, ਉਹ ਨਿਸ਼ਾਨ ਨਗਾਰੇ ਬਕਾਇਦਾ ਘੋੜਿਆਂ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ। ਬੜਾ ਸੁੰਦਰ ਅਲੌਕਿਕ ਫਤਿਹ ਮਾਰਚ ਹੋਵੇਗਾ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਕੱਲ ਫਤਿਹ ਮਾਰਚ ਦੇ ਸਮਾਗਮਾਂ ਵਿੱਚ ਆਪ ਜੀ ਹਾਜ਼ਰੀਆਂ ਭਰੋ। ਔਰ 9ਵੇਂ ਪਾਤਸ਼ਾਹ ਦੇ 2 ਪਵਿੱਤਰ ਇਤਿਹਾਸਕ ਸਥਾਨ ਨੇ, ਦੋਦੜਾ ਸਾਹਿਬ ਤੇ ਗੁਰਦੁਆਰਾ ਥੜਾ ਸਾਹਿਬ ਸਮਾਣੇ, ਤੇ ਆਪ ਜੀ ਦਰਸ਼ਨ ਦਿਦਾਰੇ ਕਰੋ, ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਸਮਾਗਮ ਕਰਵਾਏ ਜਾ ਰਹੇ ਨੇ। ਕੱਲ ਸਵੇਰੇ ਤਕਰੀਬਨ 9 ਵਜੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਸੰਗਤਾਂ ਨੂੰ ਲਿਜਾਣ ਵਾਸਤੇ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ। ਪਰ ਬੇਨਤੀ ਹੈ ਕਿ ਪਹਿਲਾਂ ਆਪ ਜੀ ਜਿਨ੍ਹਾਂ ਨੇ ਵੀ ਜਾਣਾ, ਮਾਈਆਂ ਭਾਈਆਂ ਨੇ, ਉਹ ਆਪਣੇ ਨਾਮ ਹੈਡ ਗ੍ਰੰਥੀ ਦਫ਼ਤਰ ਦੇ ਵਿੱਚ ਕਿਰਪਾ ਕਰਕੇ ਲਿਖਾ ਦਿਓ ਸਰੋਵਰ ਕੰਢੇ, ਤਾਂ ਜੋ ਸੰਗਤ ਨੂੰ ਲਿਜਾਣ ਵਾਸਤੇ ਯੋਗ ਪ੍ਰਬੰਧ ਕੀਤਾ ਜਾ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸੀ ਪੁਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਵੇਕ ਪਰੰਪਰ ਹਰ ਹਰੇ ਹੈ ਪੀਓ ਅਣਿਆਰੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ
हे ठाकुर हो दासरो, मैं निर्गुण गुण नहीं कोई, नानक दीजै नाम दान, राखो ये परोए। आए प्रभ शरणागति, कृपा निध दयाल, एक अखर हर मन बस्त, नानक होते निहाल। वाहिगुरु नाम जहाज है, चढ़े सो तेरे पार, जो शरदा कर से बंदे, गुर पारी उतार निहारे। वाहिगुरु नाम जहाज है, चढ़े सो तेरे पार, जो शरदा कर से बंदे, गुर पारी उतार निहारे। वाहिगुरु जी का खालसा, वाहिगुरु जी की फतेह। श्री
मैं ताण दीवान तू है मेरे स्वामी। मैं तुद आगे अरदास। मैं होर थां नाही जिस पे करूं बेनंती। मेरा दुख सुख तुझ ही पास। आए प्रभ शरणागति किरपा निद दया। एक अखर हर मन बस्त। नानक हो नानक होत निहाल।